ਕੇਤ ਦਾਨ ਬੀਤੇ ਜਵੈ ਭਰਾ ਭਰ ਜਵਾਨੀ ਕਰ ਲਾਏ ਚੜੈ ਤੁਰੰਗਮ ਸੈਲ ਹਿਤ ਸ਼ਤਰ ਸੋ ਬਸਤਰ ਸਜਾਏ ਦੁਰਾ ਕੇਤ ਦਿਨ ਬੀਤੇ ਜਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋ ਰਹੀ ਹੈ। ਸਾਹਿਬ ਜੀ ਦੀ ਰਹਿਮਤ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਸੰਧਿਆ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਸਜੇ ਹੋਏ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਕੀਰਤਨ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਸਤਿਗੁਰਾਂ ਦੇ ਅਸਥਾਨਾਂ ਉੱਤੇ ਚੱਲ ਰਹੀ ਸੋਹਣੀ ਸੁੰਦਰ ਇਤਿਹਾਸ ਦੀ ਲੜੀਵਾਰ ਕਥਾ ਤੇ ਇਸ ਦੇ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੱਚਖੰਡ ਪਿਆਨਾ ਕਰ ਚੁੱਕੇ ਹਨ। ਹਜ਼ੂਰ ਸਾਹਿਬ ਤੋਂ ਆ ਕੇ ਸਿੰਘਾਂ ਨੇ ਮਾਤਾਵਾਂ ਨੂੰ ਸਾਰੀ ਖਬਰਸਾਰ ਦੱਸ ਦਿੱਤੀ ਹੈ। ਸਿੱਖ ਸੰਗਤਾਂ ਨੇ ਬੜਾ ਬੈਰਾਗ ਕੀਤਾ। ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀਆਂ ਵਿਚਾਰਾਂ ਕਰਦਿਆਂ ਗੁਰੂ ਕੀਆਂ ਸੰਗਤਾਂ ਨੇ ਸਤਿਗੁਰੂ ਜੀ ਦੇ ਪਵਿੱਤਰ ਜੀਵਨ ਦੀ ਕਥਾ ਆਰੰਭ ਕਰ ਦਿੱਤੀ। ਉਹ ਨਿੱਤਾ ਪ੍ਰਤੀ ਗੁਰੂ ਕੀਆਂ ਸੰਗਤਾਂ ਦਿੱਲੀ ਵਿਖੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ, ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਜਸ ਕਰਦੀਆਂ ਹਨ। ਕੁਝ ਸਮੇਂ ਬਾਅਦ ਬਹੁਤ ਬਰਾਗ ਵਿੱਚ ਰਹਿਣ ਕਰਕੇ ਤੇ ਖਾਣਾ ਪੀਣਾ ਘੱਟ ਕਰਨੇ ਕਰਕੇ ਮਾਤਾ ਸਾਹਿਬ ਕੌਰ ਜੀ ਚੜ੍ਹਾਈ ਕਰ ਗਏ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨਾਲ ਸੱਚਖੰਡ ਵਿੱਚ ਜਾ ਮਿਲਾਪ ਹੋਇਆ। ਇੱਧਰ ਮਾਤਾ ਸੁੰਦਰ ਕੌਰ ਜੀ ਸਤਿਗੁਰੂ ਸਾਹਿਬ ਜੀ ਦੇ ਸੱਚਖੰਡ ਗਮਨ ਤੋਂ 39 ਸਾਲ ਬਾਅਦ ਵੀ ਸੰਗਤਾਂ ਨੂੰ ਤਾਰਦੇ ਰਹੇ। ਪੰਥ ਦੀ ਅਗਵਾਈ ਮਾਤਾ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਕੀਤੀ। ਮਾਤਾ ਨੇ ਸਤਿਗੁਰੂ ਸਾਹਿਬ ਜੀ ਦੇ ਨਾਲ ਜਿੱਦ ਕਰਕੇ ਇੱਕ ਬੱਚਾ ਆਪਣੀ ਗੋਦ ਲੈ ਲਿਆ ਸੀ। ਪਾਲਕ ਪੁੱਤਰ ਮਾਤਾ ਨੇ ਉਹਨੂੰ ਬੜੀ ਚੰਗੀ ਸਿੱਖਿਆ ਦੇ ਕੇ ਪਾਲਿਆ ਸੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਵਰਗਾ ਚਿਹਰਾ ਮੋਹਰਾ ਹੋਣ ਕਰਕੇ ਮਾਤਾ ਨੇ ਪਿਆਰ ਨਾਲ ਇਹਦਾ ਨਾਮ ਵੀ ਅਜੀਤ ਸਿੰਘ ਰੱਖਿਆ ਸੀ। ਪਰੰਤੂ ਸਤਿਗੁਰੂ ਸਾਹਿਬ ਜੀ ਨੇ ਵਚਨ ਕੀਤੇ ਸਨ ਕਿ ਹੇ ਸ੍ਰੇਸ਼ਟ ਮਤ ਵਾਲੀਏ ਸੁੰਦਰ ਕੌਰੇ, ਪੁੱਤਰ ਮੋਹ ਦੇ ਵਿੱਚ ਫਸ ਕੇ ਇਹ ਮੁਤਵੰਨਾ ਪੁੱਤਰ ਰੱਖ ਤਾਂ ਰਹੀ ਹੈ, ਗੋਦ ਲੈ ਤਾਂ ਰਹੀ ਹੈ, ਇਹਨੇ ਅਜੀਤ ਸਿੰਘ ਨਹੀਂ ਬਣ ਜਾਣਾ। ਇਹ ਤੈਨੂੰ ਵੱਡਾ ਹੋਇਆ ਦੁੱਖ ਦੇਵੇਗਾ, ਫਿਰ ਤੈਨੂੰ ਸਾਡੇ ਕੀਤੇ ਵਚਨ ਚੇਤੇ ਆਉਣਗੇ। ਪਰ ਮਾਤਾ ਨਾ ਮੰਨੀ। ਮੋਹ ਦੇ ਵਿੱਚ ਆ ਕੇ ਉਹ ਪੁੱਤਰ ਨੂੰ ਪਾਲਿਆ। ਕੁਝ ਵੱਡਾ ਹੋਇਆ, ਜਵਾਨੀ ਦੀਆਂ ਦਹਲੀਜ਼ਾਂ 'ਤੇ ਇਹਨੇ ਪੈਰ ਧਰਿਆ ਤੇ ਸਾਧ ਸੰਗਤ ਜੀ ਖੁੱਲ੍ਹਾ ਖਰਚਾ ਗੁਰੂ ਕੀਆਂ ਸੰਗਤਾਂ ਕਾਰ ਭੇਟਾ ਕਰਦੀਆਂ ਮਸੰਦ ਲਿਆ ਕੇ ਮਾਤਾ ਜੀ ਕੋਲ ਪਹੁੰਚਾ ਦਿੰਦੇ। ਕਿ ਜਿਹੜਾ ਅਜੀਤ ਸਿੰਘ ਸੀ ਇਹਨੇ ਬੜੇ ਗੁਲਛਰੇ ਉਡਾਏ, ਖੁੱਲ੍ਹਾ ਧਨ ਖਰਚ ਕੀਤਾ। ਬੜਾ ਸੁੰਦਰ ਸੋਹਣਾ ਸਰੂਪ ਸੀ ਇਸ ਦਾ। ਮਾਤਾ ਜੀ ਦੇ ਨਾਲ ਹੀ ਦੀਵਾਨ ਦੇ ਵਿੱਚ ਬੈਠ ਜਾਇਆ ਕਰੇ। ਗੁਰੂ ਕਾ ਪੁੱਤਰ ਸਮਝ ਕੇ ਸੰਗਤਾਂ ਇਹਨੂੰ ਵੀ ਨਮਸਕਾਰ ਕਰਿਆ ਕਰਨ। ਜਦੋਂ ਨਮਸਕਾਰਾਂ ਹੋਣ ਲੱਗ ਪਈਆਂ
ਹੁਣ ਖਾਲਸਾ ਜੀ 4 ਬੰਦੇ ਜਿਹਨੂੰ ਮੱਥਾ ਟੇਕਣ ਲੱਗ ਜਾਣ ਹਰੇਕ ਦਾ ਹੀ ਦਿਮਾਗ ਖਰਾਬ ਹੋ ਜਾਂਦਾ। ਥਾਂ ਥਾਂ ਦੇ ਉੱਤੇ ਜਿਹੜੇ ਖੁੱਲ੍ਹੇ ਡੇਰੇ ਪੰਜਾਬ ਦੇ ਵਿੱਚ, ਪੰਜਾਬ ਦੇ ਨਾਲ ਲੱਗਦੇ ਸਰਹੱਦੀ ਸੂਬਿਆਂ ਵਿੱਚ, ਪੰਜਾਬੀ ਬੋਲਦੇ ਇਲਾਕਿਆਂ ਵਿੱਚ ਇਸ ਗੱਲ ਦੀ ਉਗਾਹੀ ਭਰਦੇ ਹੈ ਵੀ ਉਹਨਾਂ ਨੂੰ ਮੱਥਾ ਟੇਕਣ ਵਾਲੇ ਸਾਡੇ ਮਾਈ ਭਾਈ ਹੁੰਦੇ ਆ। ਜਦੋਂ ਜਾ ਕੇ ਉਹਨਾਂ ਨੂੰ ਕੋਈ ਮੱਥੇ ਟੇਕਦਾ, ਕੋਈ ਪਿਤਾ ਜੀ ਕਹਿਣਾ ਸ਼ੁਰੂ ਕਰ ਦਿੰਦਾ, ਕੋਈ ਗੁਰੂ ਜੀ ਕਹਿਣਾ ਸ਼ੁਰੂ ਕਰ ਦਿੰਦਾ, ਕੰਨਾਂ ਵਿੱਚ ਮੰਤਰ ਲੈਣੇ ਸ਼ੁਰੂ ਕਰ ਦਿੰਦਾ, ਅਤੇ ਫਿਰ ਉਹ ਗੁਰੂਆਂ ਦਾ ਵੀ ਪਖੰਡੀਆਂ ਦਾ ਦਿਮਾਗ ਖਰਾਬ ਹੋ ਜਾਂਦਾ। ਫਿਰ ਉਹ ਪੰਥ ਨਾਲ ਵੀ ਆਢੇ ਲੈਣ ਲੱਗ ਪੈਂਦੇ ਆ, ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪੈਂਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰੀ ਕਰਨ ਲੱਗ ਪੈਂਦੇ ਆ। ਕੋਈ ਸ਼ਰਬਤ ਦੇ ਕੜਾਹੇ ਘੋਲ ਕੇ ਅੰਮ੍ਰਿਤ ਦੀ ਨਕਲ ਕਰਨ ਲੱਗ ਪੈਂਦਾ, ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਪੁਸ਼ਾਕ ਪਹਿਨ ਕੇ ਕਲਗੀ ਲਾ ਕੇ, ਅਤੇ ਇਹ ਭਰਮ ਪਾਲ ਲੈਂਦਾ ਹੈ ਵੀ ਸ਼ਾਇਦ ਮੈਨੂੰ ਲੋਕ ਕਲਗੀਧਰ ਸੱਚੇ ਪਾਤਸ਼ਾਹ ਜੀ ਵਾਂਗੂ ਮੰਨਣ ਲੱਗ ਪੈਣਗੇ। ਪਰ ਹਾਸ਼ਰ ਕੀ ਹੁੰਦਾ ਉਹਨਾਂ ਪਖੰਡੀਆਂ ਦਾ? ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚਾ ਗੁਰੂ ਨਾ ਆਪ ਮੁਕਤ ਹੁੰਦਾ, ਨਾ ਕਿਸੇ ਨੂੰ ਕਰ ਸਕਦਾ। ਕਬੀਰ ਮਾਏ ਮੁੰਡੋ ਤਿਹ ਗੁਰੂ ਕੀ ਜਾਤ ਤੇ ਭਰਮ ਨਾ ਜਾਏ, ਆਪ ਡੁੱਬੇ ਚਾਹੋ ਵੇਦ ਮਹਿ ਚੇਲੇ ਦੀਏ ਬਹਾਏ। ਉਹਨੇ ਆਪ ਤਾਂ ਡੁੱਬਣਾ ਹੀ ਹੁੰਦਾ, ਚੇਲਿਆਂ ਨੂੰ ਵੀ ਨਾਲ ਲੈ ਡੁੱਬਦਾ। ਫਿਰ ਰੋਹਤਕ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਰਾਮ ਰਹੀਮ ਕਹਾਉਣ ਵਾਲਿਆਂ ਨੂੰ ਜਾਣਾ ਪੈਂਦਾ, ਪਖੰਡੀ ਗੁਰੂਆਂ ਨੂੰ, ਕਿਉਂਕਿ ਗੁਰੂ ਦੀ ਰੀਸ ਕਰਦੇ ਆ ਨਾ। ਸਤਿਗੁਰੂ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪੜੀਐ। ਉਹ ਕੂੜਿਆਰ ਝੂਠ ਦੀਆਂ ਪੰਡਾਂ ਝੜ ਪੈਂਦੇ ਆ, ਇੱਕ ਦਿਨ ਢਹਿ ਢੇਰੀ ਹੋ ਜਾਂਦਾ ਗੁਮਾਨ। ਇਸੇ ਤਰ੍ਹਾਂ ਜਿਹੜਾ ਮਾਤਾ ਦਾ ਪਾਲਕ ਪੁੱਤਰ ਅਜੀਤ ਸਿੰਘ ਹੈ, ਜਦੋਂ ਮੱਥੇ ਟੇਕਣ ਲੱਗ ਪਏ ਇਹਦਾ ਵੀ ਦਿਮਾਗ ਖਰਾਬ ਹੋ ਗਿਆ। ਆਪਣੇ ਆਪ ਨੂੰ ਗੁਰੂ ਵਾਲੀ ਫੀਲਿੰਗ ਲੈਣ ਲੱਗ ਪਿਆ, ਗੁਰੂ ਸਮਝਣ ਲੱਗ ਪਿਆ। ਜਿਸ ਵੇਲੇ ਐਸਾ ਹੋਇਆ, ਪਰ ਮਾਤਾ ਨੇ ਇਹਦੀ ਪਰਵਰਿਸ਼ ਦੇ ਵਿੱਚ ਕੋਈ ਕਮੀ ਨਹੀਂ ਰੱਖੀ। ਬਹੁਤ ਸੁੰਦਰ ਇਹਨੂੰ ਵਸਤਰ, ਸੁੰਦਰ ਗਹਿਣਿਆਂ ਦੇ ਨਾਲ ਸ਼ਿੰਗਾਰ ਕੇ ਰੱਖਦੀ। ਸੁੰਦਰ ਘੋੜਾ ਬਹੁ ਮੁੱਲ ਦਾ ਇਹਨੂੰ ਲੈ ਕੇ ਦਿੱਤਾ ਚੜ੍ਹਨ ਵਾਸਤੇ। ਇਹਨੇ ਗੁਰੂ ਕੇ ਖਜ਼ਾਨੇ 'ਚੋਂ ਪੈਸੇ ਖਰਚ ਕੇ 60 ਘੋੜੇ ਹੋਰ ਖਰੀਦੇ ਅਤੇ 60 ਨੌਜਵਾਨ ਲੜਕੇ ਆਪਣੇ ਨਾਲ ਰੱਖ ਲਏ ਸਿੰਘ। ਇਹ 60 ਨੂੰ ਨਾਲ ਲੈ ਕੇ ਜਦੋਂ ਸ਼ਾਮ ਦਾ ਵੇਲਾ ਹੁੰਦਾ, ਦਿੱਲੀ ਦੀਆਂ ਗਲੀਆਂ ਦੇ ਵਿੱਚ ਵਿਚਰਦਾ ਟੌਰ ਸ਼ੌਰ ਦੇ ਨਾਲ, ਕਿ ਲੋਕਾਂ ਨੂੰ ਦਿਖਾਵਾਂ ਮੇਰੇ ਵਿੱਚ ਤੇਜ ਪ੍ਰਤਾਪ ਹੈ। ਜਿਵੇਂ ਸਤਿਗੁਰੂ ਸਾਹਿਬ ਜੀ ਫੌਜ ਸਮੇਤ ਚੜ੍ਹ ਕੇ ਜਾਂਦੇ ਹੁੰਦੇ ਸੀ, ਇਵੇਂ ਇਹ ਵੀ ਜਾਣ ਲੱਗ ਪਿਆ। ਇੱਥੋਂ ਤੱਕ ਸੀਮਤ ਰਹਿੰਦਾ ਤਾਂ ਗੱਲ ਠੀਕ ਸੀ। ਚਲੋ ਸੰਗਤਾਂ ਵੀ ਗੁਰੂ ਕਾ ਪੁੱਤਰ, ਮਾਤਾ ਦਾ ਪਾਲਿਆ ਪੁੱਤਰ ਸਮਝ ਕੇ ਇਹਦਾ ਆਦਰ ਸਤਿਕਾਰ ਕਰਦੀਆਂ ਸੀ, ਭੇਟਾਵਾਂ ਵੀ ਦੇ ਦਿੰਦੀਆਂ ਸੀ। ਚਲੋ ਮਾਤਾ ਨੇ ਪਾਲਿਆ ਪੋਸ਼ਿਆ ਸੀ, ਗੁਰੂ ਘਰ ਵਿੱਚ ਰਹਿੰਦਾ ਸੀ, ਮੱਥਾ ਵੀ ਲੋਕ ਟੇਕ ਦਿੰਦੇ ਸਨ, ਇੱਥੋਂ ਤੱਕ ਵੀ ਗੱਲ ਠੀਕ ਸੀ। ਚਲੋ, ਪਰ ਇਹਦਾ ਦਿਮਾਗ ਇੰਨਾ ਖਰਾਬ ਹੋਇਆ, ਮਾਤਾ ਸਾਹਿਬ ਕੌਰ ਜੀ ਨੂੰ ਹਜ਼ੂਰ ਸਾਹਿਬ ਤੋਂ ਤੋਰਨ ਵੇਲੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ 6ਵੇਂ ਪਾਤਸ਼ਾਹ ਦੇ 6 ਸ਼ਸਤਰ ਬਖਸ਼ੇ ਸਨ। 2 ਸ੍ਰੀ ਸਾਹਿਬਾਂ, 2 ਜਮਧਰ ਕਟਾਰਾਂ, 1 ਖੰਜਰ ਅਤੇ 1 ਪੇਸ਼ ਕਬਜ਼। 6 ਸ਼ਾਸਤਰ 6ਵੇਂ ਪਾਤਸ਼ਾਹ ਜੀ ਦੇ ਅੰਗੀਕਾਰ ਕੀਤੇ ਹੋਏ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਜੀ ਵੀ ਨਮਸਕਾਰਾਂ ਕਰਦੇ ਰਹੇ, ਮੱਥਾ ਟੇਕਦੇ ਰਹੇ, ਸਿੱਖ ਸੰਗਤਾਂ ਮੱਥਾ ਟੇਕਦੀਆਂ ਰਹੀਆਂ ਗੁਰੂ ਕਾ ਸਰੂਪ ਜਾਣ ਕੇ। ਮਾਤਾ ਸਾਹਿਬ ਕੌਰ ਨੇ ਹਜ਼ੂਰ ਸਾਹਿਬ ਤੋਂ ਆਉਣ ਵੇਲੇ ਬੇਨਤੀ ਕੀਤੀ, ਮਹਾਰਾਜ ਮੇਰਾ ਪ੍ਰਣ ਹੈ, ਆਪ ਜੀ ਦੇ ਦਰਸ਼ਨ ਕੀਤਿਆਂ ਬਿਨਾਂ ਅੰਨ ਜਲ ਨਹੀਂ ਮੈਂ ਗ੍ਰਹਿਣ ਕਰਦੀ ਸਕਦੀ, ਮੈਨੂੰ ਭੇਜ ਤਾਂ ਰਹੇ ਹੋ, ਮੇਰੇ ਪ੍ਰਾਣ ਦਾ ਕੀ ਬਣੇਗਾ? ਆਪ ਜੀ ਦਾ ਹੁਕਮ ਅਮੋੜ ਹੈ, ਮੋੜਿਆ ਨਹੀਂ ਜਾ ਸਕਦਾ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ, ਸਾਹਿਬ ਕੌਰ ਫਿਕਰ ਕਾਹਤੋਂ ਕਰਦੀ ਹੈ? ਆ 6ਵੇਂ ਪਾਤਸ਼ਾਹ ਜੀ ਦੇ ਸਤਿਕਾਰਯੋਗ ਸ਼ਸਤਰ ਲੈ ਜਾ, ਸਾਡੇ ਸਮਾਨ ਇਹਨਾਂ ਦੀ ਪੂਜਾ ਕਰਿਆ ਕਰੀ। ਅੰਮ੍ਰਿਤ ਵੇਲੇ ਨਿਤਨੇਮ ਸਿਮਰਨ ਤੋਂ ਉੱਠ ਕੇ ਅਰਦਾਸ ਜਦੋਂ ਕਰਿਆ ਕਰੇਂਗੀ ਨਾ, ਇਹਨਾਂ ਸ਼ਸਤਰਾਂ ਦੇ ਵਿੱਚੋਂ ਸਾਡੀ ਝਲਕ ਮਿਲ ਜਾ ਕਰੇਗੀ, ਸਾਡੇ ਦਰਸ਼ਨ ਹੋ ਜਾਇਆ ਕਰਨਗੇ, ਇਉਂ ਤੇਰਾ ਪ੍ਰਣ ਵੀ ਪੂਰਾ ਹੁੰਦਾ ਰਹੇਗਾ ਅਤੇ ਨਾਲੇ ਸਾਡਾ ਵਚਨ ਵੀ ਮੰਨਿਆ ਜਾਏਗਾ, ਦਿੱਲੀ ਵੀ ਰਹਿ ਲਏਗੀ ਆਪਣੀ ਭੈਣ ਸੁੰਦਰ ਕੌਰ ਕੋਲ। ਸੋ ਮਾਤਾ ਜੀ ਉਹਨਾਂ ਸ਼ਸਤਰਾਂ ਨੂੰ ਬੜੇ ਆਦਰ ਸਤਿਕਾਰ ਸਹਿਤ ਲੈ ਕੇ ਆਏ ਸਨ ਦਿੱਲੀ ਵਿੱਚ, ਔਰ ਦੋਵੇਂ ਸਤਿਕਾਰਯੋਗ ਮਾਤਾਵਾਂ ਨੇ, ਜਿੰਨੀ ਦੇਰ ਤੱਕ ਮਾਤਾ ਸਾਹਿਬ ਕੌਰ ਦਾ ਸਰੀਰ ਰਿਹਾ ਉਹਨਾਂ ਨੇ ਵੀ, ਅਤੇ ਮਾਤਾ ਸੁੰਦਰ ਕੌਰ ਜੀ ਨੇ ਵੀ
ਉਹਨਾਂ ਸ਼ਾਸਤਰਾਂ ਦਾ ਆਪ ਬਹੁਤ ਅਦਬ ਸਤਿਕਾਰ ਕੀਤਾ ਤੇ ਗੁਰੂ ਕੇ ਸਿੱਖਾਂ ਤੋਂ ਕਰਾਇਆ। ਗੁਰੂ ਕੇ ਸਿੱਖ ਗੁਰੂ ਕੀਆਂ ਪਤਨੀਆਂ ਜਾਣ ਕੇ ਮੱਥਾ ਟੇਕ ਦਿੰਦੇ ਸਨ, ਪਰ ਮਾਤਾ ਸੁੰਦਰ ਕੌਰ ਜੀ ਨੇ ਹਮੇਸ਼ਾ ਕਹਿਣਾ ਕਿ ਸਿੱਖ ਪੁੱਤਰੋ ਮੈਨੂੰ ਮੱਥਾ ਨਾ ਟੇਕੋ, ਆ ਗੁਰੂ ਕੇ ਸ਼ਾਸਤਰ ਇਹ ਗੁਰੂ ਦਾ ਸਰੂਪ ਹੈ, ਇਹ ਸਾਡੇ ਵੱਡੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ, ਮੀਰੀ ਪੀਰੀ ਦੇ ਮਾਲਕ ਦੀ, ਇਹਨਾਂ ਦਾ ਸਤਿਕਾਰ ਕਰਿਆ ਕਰੋ, ਇਹਨਾਂ ਨੂੰ ਮੱਥਾ ਟੇਕਿਆ ਕਰੋ। ਇਉਂ ਬਹੁਤ ਸੰਗਤਾਂ ਸਤਿਕਾਰ ਕਰਦੀਆਂ, ਸੰਗਤ ਜੁੜੀ ਹੋਈ ਸੀ। ਪਰ ਇਹ ਅਜੀਤ ਸਿੰਘ ਨੇ ਉਹਨਾਂ ਸ਼ਾਸਤਰਾਂ ਨੂੰ ਦੇਖ ਕੇ ਜਦੋਂ ਇਹ ਜਵਾਨ ਹੋਇਆ ਨਾ, ਮਨ ਵਿੱਚ ਫੁਰਨਾ ਬਣਾ ਲਿਆ ਕਿ ਜੇ ਕਿਤੇ ਮੈਂ ਆਹ ਸ਼ਾਸਤਰ ਪਹਿਨ ਕੇ ਛੇਵੇਂ ਪਾਤਸ਼ਾਹ ਵਾਲੇ ਘੋੜਾ ਸਵਾਰ ਹੋ ਕੇ ਦਿੱਲੀ ਦੇ ਵਿੱਚ ਗੇੜਾ ਕੱਢ ਦੇਵਾਂ ਨਾ, ਤੇ ਮੇਰੀ ਪ੍ਰਭਤਾ ਬਹੁਤ ਵੱਧ ਜਾਵੇਗੀ, ਮੇਰਾ ਤੇਜ ਪ੍ਰਤਾਪ ਵੱਧ ਜਾਏਗਾ, ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਇਹਨੇ ਵੱਡੇ ਸਤਿਗੁਰੂ ਸਾਹਿਬ ਜੀ ਦੇ ਸ਼ਾਸਤਰ ਧਾਰਨ ਕੀਤੇ ਆ, ਇਹ ਵੀ ਹੁਣ ਗਾਂ ਗੁਰੂ ਬਣ ਗਿਆ। ਆ ਇੱਛਾ ਇੱਕ ਦਿਨ ਇਹਨੇ ਮਾਤਾ ਜੀ ਦੇ ਸਾਹਮਣੇ ਡਰਦੇ ਡਰਦੇ ਨੇ ਪ੍ਰਗਟ ਕਰ ਦਿੱਤੀ। ਚਾਹੁੰਦਾ ਤਾਂ ਬਹੁਤ ਦੇਰ ਦਾ ਸੀ, ਪਰ ਮਾਤਾ ਤੋਂ ਡਰਦਾ ਸੀ। ਇੱਕ ਦਿਨ ਇਹ ਕਹਿ ਬੈਠਾ, ਕਹਿੰਦਾ ਮਾਤਾ ਆ ਸ਼ਾਸਤਰ ਪਹਿਨ ਕੇ ਨਾ ਛੇਵੇਂ ਪਾਤਸ਼ਾਹ ਵਾਲੇ, ਅੱਜ ਮੈਂ ਦਿੱਲੀ ਦੇ ਵਿੱਚ ਗਲੀਆਂ ਦੇ ਵਿੱਚ ਵਿਚਰਨਾ ਹੈ, ਜਿਸ ਕਰਕੇ ਮੇਰਾ ਤੇਜ ਪ੍ਰਤਾਪ ਵੱਧ ਜਾਵੇਗਾ, ਸੰਗਤਾਂ ਮੈਨੂੰ ਬਹੁਤ ਮੰਨਣ ਲੱਗ ਪੈਣਗੀਆਂ। ਮਾਤਾ ਨੇ ਜਦੋਂ ਆਹ ਗੱਲ ਸੁਣੀ ਇੱਕਦਮ ਗੁੱਸੇ ਵਿੱਚ ਆ ਕੇ ਝਿੜਕਤਾ ਇਹਨੂੰ। ਮਾਂ ਕਹਿਣ ਲੱਗੀ ਕਿ ਪੁੱਤ ਅੱਜ ਤਾਂ ਆਹ ਗੱਲ ਕਰਤੀ, ਅੱਜ ਤੋਂ ਬਾਅਦ ਨਾ ਨਾਂ ਲਈ ਪਹਿਨਣ ਦਾ। ਇਹਨਾਂ ਸ਼ਾਸਤਰਾਂ ਦਾ ਸਤਿਕਾਰ ਤਾਂ ਮੇਰੇ ਪਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਕਰਦੇ ਰਹੇ ਹੈ, ਔਰ ਇਹ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤੇ ਦੇ ਪਹਿਨੇ ਹੋਏ ਸ਼ਾਸਤਰ ਆ, ਜਿਨ੍ਹਾਂ ਦੀ ਅੱਜ ਤੱਕ ਮਹਿਮਾ ਸੰਸਾਰ ਕਰਦਾ, ਰਾਜਪੂਤ ਲੋਕ ਮਹਿਮਾ ਕਰਦੇ ਆ ਵੀ 52 ਸਾਡੇ ਜਿਹੜੇ ਬਜ਼ੁਰਗ ਸੀ ਪਹਾੜੀ ਰਾਜੇ, ਉਹ ਸਤਿਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਾ ਦਿੱਤੇ ਸੀ, ਜਿਨ੍ਹਾਂ ਦੇ ਛੁੱਟਣ ਦੀ ਕਦੇ ਕੋਈ ਉਮੀਦ ਨਹੀਂ ਸੀ। ਮਾਤਾ ਪਹਿਨਣੇ ਹੀ ਹੈ, ਪਹਿਨਣ ਵਾਸਤੇ ਹੁੰਦੇ ਆ ਸ਼ਾਸਤਰ, ਕੀ ਹੁੰਦਾ ਮੈਨੂੰ ਪਹਿਨ ਲੈਣ ਦੇ, ਸ਼ਾਮ ਨੂੰ ਆ ਕੇ ਇੱਥੇ ਹੀ ਰੱਖ ਦਿਆਂਗਾ। ਮਾਤਾ ਕਹਿਣ ਲੱਗੀ ਨਹੀਂ, ਇਹ ਨਹੀਂ ਹੋ ਸਕਦਾ। ਇਉਂ ਮਾਤਾ ਦੇ ਨਾਲ ਕਹੀ ਸੁਣੀ ਹੋ ਗਈ, ਗੁੱਸੇ ਵਿੱਚ ਆ ਗਿਆ। ਜਦੋਂ ਮਾਤਾ ਨੇ ਇਹਨੂੰ ਵਰਜਿਆ, ਝਿੜਕਿਆ ਚੰਗੀ ਤਰ੍ਹਾਂ ਵੀ ਤੂੰ ਮੂਰਖ ਮੱਤ ਵਾਲਿਆ, ਇਹ ਕੀ ਕੰਮ ਕਰਨ ਲੱਗਿਆ, ਤਾਂ ਛੇਵੇਂ ਪਾਤਸ਼ਾਹ ਦੇ ਸ਼ਾਸਤਰ ਹੈ, ਤੂੰ ਕਿਵੇਂ ਪਹਿਨ ਲਏਗਾ, ਤੇਰੇ 'ਚ ਇੰਨੀ ਸਮਰੱਥਾ ਹੈ, ਤੇਰੇ 'ਚ ਇੰਨੀ ਤਾਕਤ ਸ਼ਕਤੀ ਹੈ, ਤੂੰ ਛੇਵੇਂ ਪਾਤਸ਼ਾਹ ਦੇ ਸ਼ਾਸਤਰ ਪਹਿਨੇ। ਇਹਨੇ ਸਾਧ ਸੰਗਤ ਕਟਾਰ ਕੱਢ ਲਈ, ਮਾਤਾ ਦੀ ਛਾਤੀ 'ਤੇ ਵਾਰ ਕਰਨ ਲੱਗਿਆ। ਕੋਲੇ ਜਿਹੜੇ ਸਿੱਖ ਬੈਠੇ ਸੀ ਥੋੜ੍ਹੇ ਜਿਹੇ, ਉਹਨਾਂ ਨੇ ਆ ਕੇ ਅਜੀਤ ਸਿੰਘ ਨੂੰ ਕਾਬੂ ਕਰ ਲਿਆ, ਸ਼ਾਸਤਰ ਇਹਦੇ ਹੱਥੋਂ ਫੜ ਲਿਆ ਤੇ ਇਹਨੂੰ ਬਹੁਤ ਲਾਹਣਤਾਂ ਪਾਈਆਂ ਵੀ ਤੈਨੂੰ ਐਸਾ ਕਰਨਾ ਨਹੀਂ ਬਣ ਆਉਂਦਾ, ਤੂੰ ਵੇਖ ਤੈਨੂੰ ਮਾਤਾ ਨੇ ਕਿਵੇਂ ਪਾਲਿਆ ਪੋਸਿਆ, ਵੱਡਾ ਕੀਤਾ, ਜਵਾਨ ਕੀਤਾ, ਤੂੰ ਆਹ ਕੀ ਮਾੜਾ ਕੰਮ ਕਰਨ ਲੱਗਿਆ, ਕੀ ਕਰਤੂਤ ਕਰਨ ਲੱਗਿਆ। ਇਉਂ ਸਾਧ ਸੰਗਤ ਮਾਤਾ ਜੀ ਦੇ ਨਾਲ ਇਹ ਗੁੱਸੇ ਹੋ ਗਿਆ। ਮਾਤਾ ਕਹਿਣ ਲੱਗੀ ਕਿ ਅੱਜ ਤੋਂ ਬਾਅਦ ਮੈਂ ਤੈਨੂੰ ਨਹੀਂ ਬੁਲਾਵਾਂਗੀ, ਤੂੰ ਮੈਨੂੰ ਨਾ ਬੁਲਾਈ। ਮਾਤਾ ਨੇ ਪ੍ਰਸ਼ਾਦਾ ਪਾਣੀ ਵੀ ਛੱਡ ਦਿੱਤਾ। ਸਿੱਖ ਸੰਗਤਾਂ ਦੇ ਸਮਝਾਉਣ 'ਤੇ ਫਿਰ ਥੋੜ੍ਹਾ ਬਹੁਤਾ ਛਕਣ ਲੱਗੇ, ਪਰ ਉਪਰਾਮ ਰਹਿਣ ਲੱਗ ਪਏ। ਇੱਧਰ ਜਿਹੜਾ ਪਾਲਕ ਪੁੱਤਰ ਅਜੀਤ ਸਿੰਘ ਹੈ, ਇਹਦੇ ਉੱਤੇ ਕੋਈ ਅਸਰ ਨਾ ਹੋਇਆ, ਨਾ ਮਾਤਾ ਦੇ ਅਥਰੂ ਕੇਰਿਆਂ ਦਾ ਇਹਨੂੰ ਕੋਈ ਗਮ ਹੋਇਆ, ਨਾ ਮਾਤਾ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਇਹਨੇ, ਉਹਦਾ ਇਹਨੂੰ ਕੋਈ ਗਮ ਹੋਇਆ। ਉਸੇ ਤਰ੍ਹਾਂ ਟੌਰ ਸ਼ੌਰ ਦੇ ਨਾਲ 60 ਆਪਣੇ ਸਾਥੀਆਂ ਨੂੰ ਲੈ ਕੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਵਿਚਰਦਾ ਰਹਿੰਦਾ ਹੈ। ਸਿੱਖ ਸੰਗਤਾਂ ਇਹਨੂੰ ਵਾਰ-ਵਾਰ ਕਹਿੰਦੀਆਂ ਹੈ ਵੀ ਆ ਤੇਰੇ ਆਕੜ ਕੀਤਿਆਂ ਇਉਂ ਕੰਮ ਨਹੀਂ ਚੱਲਣਾ, ਮਾਤਾ ਕਰਕੇ ਤੇਰਾ ਸਤਿਕਾਰ ਹੁੰਦਾ ਵੀ ਤੈਨੂੰ ਮਾਤਾ ਨੇ ਪਾਲਿਆ, ਮਾਤਾ ਨੂੰ ਮੱਥਾ ਟੇਕਿਆ ਕਰ, ਉਹਨਾਂ ਦਾ ਸਤਿਕਾਰ ਕਰਿਆ ਕਰ। ਹੁਣ ਲੋਕਾਂ ਦੇ ਕਹੇ ਕਹਾਏ ਕਦੇ ਕਦਾਈ ਮੱਥਾ ਟੇਕਣ ਲੱਗ ਪਿਆ, ਪਰ ਮੱਥਾ ਟੇਕਣ ਦੇ ਵਿੱਚ ਵੀ ਫਰਕ ਹੁੰਦਾ ਨਾ। ਇੱਕ ਤਾਂ ਅੰਦਰੋਂ ਭਾਵਨਾ ਦੇ ਨਾਲ ਟੇਕਣਾ, ਇੱਕ ਬੱਧਾ ਰੁੱਧੀ ਮੱਥਾ ਟੇਕਣਾ। ਤੇ ਜਿਹੜੇ ਇਸ ਤਰ੍ਹਾਂ ਬੱਝੇ ਹੋਏ ਸਲਾਮਾਂ ਕਰਨੀਆਂ, ਬੱਝੇ ਹੋਏ ਮੱਥੇ ਟੇਕਣੇ, ਇਹ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹੈ। ਸੋ ਅਪਰਾਧੀ ਦੂਣਾ ਨਿਵੈ ਜਿਉ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਆ ਜਾਂ ਹਿਰਦੈ ਕੋ ਸੁੱਧੇ ਜਾਹੇ। ਜੇ ਹਿਰਦਾ ਹੀ ਟੇਢਾ ਚੱਲਦਾ ਹੈ, ਮਨ ਵਿੱਚ ਹੀ ਖੋਟ ਹੈ,
ਫਿਰ ਸਿਰ ਨਵਾਇਆ ਕੀ ਕਰੂਗਾ, ਮੱਥਾ ਟੇਕਿਆ ਕੀ ਕਰੂਗਾ। ਮਾਤਾ ਨੂੰ ਮੱਥਾ ਟੇਕਦਾ ਚਾਹੁੰਦਾ ਵੀ ਹੈ ਮਾਂ ਮੈਨੂੰ ਬੁਲਾ ਲਵੇ, ਪਰ ਮਾਤਾ ਜੀ ਬੋਲਦੇ ਨਹੀਂ ਇਹਦੇ ਨਾਲ। ਇਹ ਮੱਥਾ ਟੇਕ ਕੇ ਵਾਪਸ ਮੁੜ ਆਉਂਦਾ। ਇੱਥੋਂ ਤੱਕ ਆਪਾਂ ਕੱਲ ਕਥਾ ਸੁਣ ਚੁੱਕੇ ਹਾਂ। ਆਓ ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ, ਸਤਿਗੁਰੂ ਜੀ ਦੇ ਮਹਿਲਾਂ ਦਾ, ਮਾਤਾ ਜੀ ਦਾ ਆ ਰਿਹਾ। ਪਾਲਕ ਪੁੱਤਰ ਨੇ ਹੋਰ ਕੀ ਕੀ ਇਹਨੇ ਕਰਤੂਤਾਂ ਕੀਤੀਆਂ, ਮਾਤਾ ਨੇ ਕਿਵੇਂ ਇਹਨੂੰ ਤਿਆਗਿਆ, ਬੇਦਾਵਾ ਲਿਖਿਆ, ਅੱਜ ਦੇ ਇਤਿਹਾਸ ਵਿੱਚ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੇਤਕ ਦਿਨ ਬੀਤੇ ਜਵੈ। ਇਉਂ ਸਾਧ ਸੰਗਤੀ ਜਦੋਂ ਕੁਝ ਸਮਾਂ ਬਤੀਤ ਹੋਇਆ, ਕਈ ਦਿਨ ਲੰਘ ਗਏ। ਭਰ ਜਵਾਨੀ ਗਰਬਾਏ। ਇਹ ਚੜ੍ਹਦੀ ਜਵਾਨੀ ਸੀ, ਭਰ ਗਿਆ ਇਹਦਾ ਸਰੀਰ। ਜਦੋਂ ਜਵਾਨੀ ਚੜ੍ਹ ਗਈ ਪੂਰੀ, ਬੜਾ ਹੰਕਾਰ ਵਿੱਚ ਰਹਿਣ ਲੱਗ ਪਿਆ ਪਾਲਕ ਪੁੱਤਰ ਅਜੀਤ ਸਿੰਘ। ਚੜ੍ਹੇ ਤੁਰੰਗਮ ਸੈਲ ਹਿਤ। ਘੋੜਿਆਂ ਦੇ ਉੱਤੇ ਚੜ੍ਹ ਜਾਂਦਾ ਅਸਵਾਰੀ ਕਰਕੇ ਆਪਣੇ ਸਾਥੀਆਂ ਸਮੇਤ ਸੈਰ ਕਰਨ ਲਈ। ਸ਼ਸਤਰ ਸੋਪਤਰ ਸਜਾਏ। ਸੋਹਣੇ ਵਸਤਰ ਪਹਿਨ ਲੈਂਦਾ, ਸੋਹਣੇ ਸ਼ਸਤਰ ਸਜਾ ਲੈਂਦਾ। ਇਹਦੇ ਸਾਥੀ ਵੀ ਸਜਾਉਂਦੇ ਹਨ। ਚਾਉ ਪਈ ਚਤਰ ਘੜੀ ਦਿਨ ਰਹਿ ਸਦਾਵੇ। ਜਦੋਂ 4 ਘੜੀਆਂ ਦਿਨ ਰਹਿ ਜਾਂਦਾ ਛਿਪਣ ਵਾਲਾ, ਦਿਨ ਦੇ ਛਪਾ ਦੇ ਨਾਲ ਇਹ ਘੋੜਿਆਂ ਤੇ ਚੜ੍ਹ ਕੇ ਚਲਿਆ ਜਾਂਦਾ ਹੈ। ਬੀਜ ਬਾਜ਼ਾਰਨ ਕੇ ਫਿਰਿਆ ਮੈਂ। ਦਿੱਲੀ ਦੇ ਸਾਰੇ ਵੱਡੇ ਵੱਡੇ ਬਾਜ਼ਾਰਾਂ ਦੇ ਵਿੱਚੋਂ ਠਾਠ ਦੇ ਨਾਲ ਵਿਚਰਦਾ ਹੈ। ਸਾਠ ਸੌਰਨ ਸੰਗ ਚੜਾਏ। 60 ਜਿਹੜੇ ਦੇ ਨਾਲ ਦੇ ਸੂਰਮੇ ਸਿੰਘ ਸਾਥੀ ਹੈ, ਉਹਨਾਂ ਨੂੰ ਵੀ ਨਾਲ ਲੈ ਕੇ ਜਾਂਦਾ ਹੈ। ਪੂਜਨ ਦੀਪ ਗੋਲ ਤੇ ਜਾਈ। ਔਰ ਉੱਚੀ ਉੱਚੀ ਇਹਦੇ ਅੱਗੇ ਨਾ ਜਿਹੜੇ ਨਕੀਬ ਆਵਾਜ਼ਾਂ ਦੇਣ ਵਾਲੇ, ਜਿਵੇਂ ਕਿਸੇ ਬਾਦਸ਼ਾਹ ਨੇ ਜਦੋਂ ਆਉਣਾ ਹੁੰਦਾ ਪੁਰਾਣੇ ਸਮਿਆਂ ਦੇ ਵਿੱਚ, ਅੱਜ ਕੱਲ੍ਹ ਵੀ ਹੈ ਤਾਂ ਉਹੀ ਸਿਸਟਮ ਆ, ਥੋੜ੍ਹਾ ਜਿਹਾ ਰੂਪ ਬਦਲ ਗਿਆ। ਉਹ ਪੁਰਾਣੇ ਸਮਿਆਂ ਦੇ ਵਿੱਚ ਅੱਗੇ ਅੱਗੇ ਲੋਕਾਂ ਨੂੰ ਆਗਾਹ ਕਰਦੇ ਵੀ ਭਾਈ ਰਾਜਾ ਸਾਹਿਬ ਮਹਾਰਾਜਾ ਸਾਹਿਬ ਆ ਰਹੇ ਆ, ਹੁਸ਼ਿਆਰ ਹੋ ਜਾਓ, ਉਹਨਾਂ ਦੇ ਸਤਿਕਾਰ ਵਾਸਤੇ ਖੜ੍ਹੇ ਹੋ ਜਾਓ, ਸਾਵਧਾਨ ਹੁਸ਼ਿਆਰ, ਇੱਦਾਂ ਕਰਕੇ ਉਹ ਚੋਬਦਾਰ ਬੋਲਦੇ ਹੁੰਦੇ ਸੀ। ਅਤੇ ਅਜੋਕੇ ਸਮੇਂ ਵਿੱਚ ਵੀ ਜਦੋਂ ਆ ਦੁਨਿਆਵੀ ਰਾਜੇ ਜਾਂਦੇ ਆ ਕਿਸੇ ਪਾਸੇ, ਅਤੇ ਹੁਣ ਅੱਜ ਕੱਲ੍ਹ ਉਹ ਲਾਲ ਬੱਤੀਆਂ ਅਤੇ ਘੁੱਗੂਆਂ ਨੇ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਪਹਿਲਾਂ ਉਹ ਨਕੀਬ ਕਰਦੇ ਸੀ। ਸੋ ਅੱਗੇ ਅੱਗੇ ਜਿਹੜੀਆਂ ਪਾਇਲਟ ਕਾਰਾਂ ਲੱਗਦੀਆਂ, ਸਕੌਟ ਕਾਰਾਂ ਪਿੱਛੇ ਚੱਲਦੀਆਂ, ਵਿਚਕਾਰ ਮੰਤਰੀਆਂ ਸੰਤਰੀਆਂ ਨੂੰ, ਰਾਜਿਆਂ ਨੂੰ ਲਿਜਾਇਆ ਜਾਂਦਾ। ਇਸੇ ਤਰ੍ਹਾਂ ਪਾਲਕ ਪੁੱਤਰ ਅਜੀਤ ਸਿੰਘ ਆਪਣੇ ਆਪ ਨੂੰ ਗੁਰੂ ਮੰਨਦਾ ਸੀ, ਅਤੇ ਅੱਗੇ ਅੱਗੇ ਇਹਦੇ ਜਿਹੜੇ ਨਕੀਬ ਸੀ ਆਵਾਜ਼ਾਂ ਦੇਣ ਵਾਲੇ, ਉਹ ਉੱਚੀ ਉੱਚੀ ਆਵਾਜ਼ ਵਿੱਚ ਬੋਲਦੇ ਜਾਂਦੇ ਸਨ ਕਿ ਸਤਿਗੁਰੂ ਦਾ ਸਾਹਿਬਜ਼ਾਦਾ ਆ ਗਿਆ, ਗੁਰੂ ਅਜੀਤ ਸਿੰਘ ਆ ਰਿਹਾ, ਉੱਠ ਕੇ ਮੱਥਾ ਟੇਕ ਲਓ, ਇਉਂ ਬੋਲਦੇ ਸਨ। ਮਾਤ ਪ੍ਰਥਮ ਤੇ ਵਿਆਹ ਕਰਾਇਓ। ਜਦੋਂ ਇਹ ਜਵਾਨ ਹੋਇਆ ਸੀ ਨਾ, ਤੇ ਮਾਤਾ ਨੇ ਇਹਦਾ ਪਹਿਲਿਆਂ ਦੇ ਵਿੱਚ ਹੀ ਵਿਆਹ ਕਰ ਦਿੱਤਾ ਸੀ। ਹਠੀ ਸਿੰਘ ਤੇ ਸੁਧ ਪੁਜਾਇਓ। ਇਹਦੇ ਘਰ ਵਾਲੀ ਦੇ ਪੇਟੋਂ ਇਹਦੇ ਘਰ ਵਿੱਚ ਇੱਕ ਪੁੱਤਰ ਪੈਦਾ ਹੋਇਆ ਸੀ ਜਿਹਦਾ ਨਾਮ ਸੀ ਹਠੀ ਸਿੰਘ। ਇਹ ਆਪਣੇ ਪਿਓ ਨਾਲੋਂ ਵੀ 4 ਚੰਨ ਉੱਤੋਂ ਦੀ ਸੀ। ਉਹ ਤਾਂ ਦਿੱਲੀ ਦੀਆਂ ਗਲੀਆਂ ਦੇ ਵਿੱਚ ਹੀ ਵਿਚਰਦਾ ਸੀ, ਇਕੱਲਾ ਗੁਰੂ ਹੀ ਕਹਾਉਂਦਾ ਸੀ। ਪਰ ਇਹ ਜਿਹੜਾ ਹਠੀ ਸਿੰਘ ਸੀ ਨਾ, ਇਹਨੇ ਐਸੇ ਮਾੜੇ ਕਰਮ ਕੀਤੇ। ਗੁਰਬਾਣੀ ਵਿੱਚ ਜਿੱਥੇ ਜਿੱਥੇ ਨਾਨਕ ਨਾਮ ਆਉਂਦਾ ਸੀ ਨਾ, ਕਹਿ ਨਾਨਕ, ਜਨ ਨਾਨਕ, ਦਾਸ ਨਾਨਕ, ਉੱਥੇ ਕਹਿ ਨਾਨਕ ਦੀ ਜਗ੍ਹਾ ਦੇ ਉੱਤੇ ਕਹਿ ਹਠੀ ਸਿੰਘ ਲਿਖ ਦਿੰਦਾ ਸੀ। ਇਹ ਇਉਂ ਗੁਰਬਾਣੀ ਦੀ ਵੀ ਅਦਬੀ ਕਰਨ ਲੱਗ ਪਿਆ ਸੀ। ਇਹਦਾ ਪ੍ਰਸੰਗ ਅੱਗੇ ਆਵੇਗਾ, ਆਪਾਂ ਬਾਅਦ 'ਚ ਸੁਣਾਂਗੇ ਆਉਣ ਵਾਲੇ ਦਿਨਾਂ 'ਚ। ਸੋ ਇਹਦੇ ਘਰ ਇਹ ਹਠੀ ਸਿੰਘ ਪੁੱਤਰ ਪੈਦਾ ਹੋਇਆ। ਬਹੁਤ ਗਿਣਤੀ ਦੇ ਵਿੱਚ ਸ਼ਰਧਾ ਭਾਵਨਾ ਵਾਲੀ ਸੰਗਤ ਆਉਂਦੀ ਜਾਂਦੀ ਹੈ। ਬਹੁਤ ਸਾਰੀਆਂ ਭੇਟਾਵਾਂ ਗੁਰੂ ਕੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਅਰਪਣ ਕਰਦੀਆਂ ਹਨ। ਔਰ ਇਸ ਅਜੀਤ ਸਿੰਘ ਨੂੰ ਮਾਤਾ ਸੁੰਦਰੀ ਦਾ ਪੁੱਤਰ ਜਾਣਦੇ ਹਨ। ਇਹ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਉੱਘਾ ਹੋ ਗਿਆ ਵੀ ਮਾਤਾ ਨੇ ਪਾਲਕ ਪੁੱਤਰ ਰੱਖਿਆ, ਇਹ ਗੁਰੂ ਕਾ ਹੀ ਪੁੱਤਰ ਹੈ। ਇਉਂ ਸਾਰੇ ਲੋਕ ਇਹਦਾ ਸਤਿਕਾਰ ਕਰਦੇ ਸਨ। ਇੱਕ ਦਿਨ ਇਹਨੇ ਸ਼ਸਤਰ ਸਜਾਏ ਹੋਏ ਐ, ਸੁੰਦਰ ਵਸਤਰ ਪਹਿਨੇ ਹੋਏ ਹਨ। ਮਨ ਵਿੱਚ ਚਾਅ ਧਾਰ ਕੇ ਨਾ ਸ਼ਾਮ ਦੇ ਸਮੇਂ ਸੈਲ ਕਰਨ ਵਾਸਤੇ ਆਪਣੇ ਸਾਥੀਆਂ ਦੇ ਨਾਲ ਚੜ੍ਹਿਆ ਹੈ ਘੋੜਿਆਂ ਤੇ।
ਇਹਦੇ ਉੱਤੇ ਨਾ ਜਿਹੜਾ ਪੱਖਾ ਜਿਹਦੇ ਵਿੱਚ ਸ਼ੀਸ਼ੇ ਲੱਗੇ ਹੁੰਦੇ ਆ, ਉਹ ਇਹਦੇ ਪਿੱਛੇ ਸਿਰ ਦੇ ਬਹੁਤ ਸੁੰਦਰ ਝੂਲਦਾ ਸੀ। ਉਹਨੂੰ ਸੂਰਜਮੁਖੀ ਕਹਿੰਦੇ ਸੀ। ਗੋਲ ਜਿਹਾ ਪੱਖਾ ਹੁੰਦਾ, ਉਹਦੇ ਵਿੱਚ ਸ਼ੀਸ਼ੇ ਝਲਕਾਰੇ ਮਾਰਦੇ, ਉਹਨੂੰ ਸੂਰਜਮੁਖੀ ਕਿਹਾ ਜਾਂਦਾ। ਉਹ ਪੱਖਾ ਝੂਲਦਾ ਹੈ ਇਹਦੇ ਸਿਰ ਤੇ। ਅਗਰ ਨਕੀਬ ਬੋਲਤੇ ਚੱਲ, ਅੱਗੇ ਅੱਗੇ ਨਕੀਬ ਜਿਹੜਾ ਹਲਕਾਰਾ ਇਹਦਾ ਆਵਾਜ਼ ਦੇਣ ਵਾਲਾ, ਉਹ ਬੋਲਦਾ ਜਾ ਰਿਹਾ ਹੈ। ਸਾੜ ਸੌਰਨ ਸੰਗ ਹੈ ਸ਼ਿਕਾਰੇ, 60 ਜਿਹੜੇ ਸੂਰਮੇ ਐ ਉਹ ਇਹਦੇ ਨਾਲ ਘੋੜਿਆਂ ਦੇ ਉੱਤੇ ਅਸਵਾਰ ਹੋ ਕੇ ਜਾ ਰਹੇ ਹਨ। ਸ਼ਸਤਰ ਬਸਤਰ ਸਾਜੇ ਸੰਗ ਵਧਾ ਸੁਧਾਰੀ, ਹਾਂ, ਘੋੜਿਆਂ ਨੂੰ ਸਜਾਇਆ ਹੋਇਆ, ਸਾਰਿਆਂ ਨੇ ਸ਼ਸਤਰ ਬਸਤਰ ਸਜਾਏ ਹੋਇਆ, ਬੜੀ ਸਾਜ ਧਾਜ ਦੇ ਨਾਲ ਜਾ ਰਹੇ ਹਨ। ਵਿਚਰਤ ਮੰਦ ਮੰਦ ਹੈ ਪ੍ਰੇਰਤ, ਹੌਲੀ ਹੌਲੀ ਘੋੜਿਆਂ ਨੂੰ ਪ੍ਰੇਰਦੇ ਤੋਰਦੇ ਹੋਏ ਜਾ ਰਹੇ ਆ, ਬਹੁਤੀ ਤੇਜ਼ ਨਹੀਂ ਚਲਾਉਂਦੇ। ਪੁਰ ਕੀ ਪਰਬ ਬਾਜ਼ਾਰ ਨਹਿਰਤ, ਦਿੱਲੀ ਨਗਰ ਦੀਆਂ ਗਲੀਆਂ ਵਿੱਚ ਦੀ ਜਾਂਦੇ ਆ, ਛੋਟੀਆਂ ਵਿੱਚ ਦੀ ਵੱਡੇ ਬਾਜ਼ਾਰ ਦੇਖਦੇ ਹਨ। ਗਰਬਤ ਅਦਕ ਹਰਕ ਧਰ ਜੀਤ, ਔਰ ਹੰਕਾਰ ਦੇ ਵਿੱਚ ਬੜਾ ਇਹ ਪ੍ਰਸੰਨਤਾ ਧਾਰਨ ਕਰਕੇ ਚਲ ਆਇਓ ਜੈ ਜਮਾ ਮਸੀਤ, ਜਿੱਥੇ ਮੁਸਲਮਾਨਾਂ ਦੀ ਜਾਮਾ ਮਸੀਤ, ਜਾਮਾ ਮਸਜਿਦ ਹੈ ਨਾ ਦਿੱਲੀ ਵਿੱਚ, ਉਸ ਜਗ੍ਹਾ ਦੇ ਉੱਤੇ ਪਹੁੰਚ ਗਏ। ਇੱਕ ਦੇ ਤੇ ਦੂਸਰ ਦਿਸ਼ ਆਵਾ, ਮਸੀਤ ਦੇ ਅੱਗਿਓਂ ਇੱਕ ਪਾਸਿਓਂ ਚੱਲ ਕੇ ਦੂਜੀ ਦਿਸ਼ਾ ਨੂੰ ਗਏ। ਉਜ ਬਾਗ ਨਕੀਬ ਅਲਾਵਾ, ਉਸ ਵੇਲੇ ਜਿਹੜੇ ਇਹਦੇ ਨਕੀਬ ਸੀ, ਚੋਬਦਾਰ ਅੱਗੇ ਆਵਾਜ਼ ਦੇਣ ਵਾਲੇ, ਉਹ ਉੱਚੀ ਆਵਾਜ਼ ਵਿੱਚ ਬੋਲੇ। ਸ੍ਰੀ ਗੁਰੂ ਮਹਿਜਤ ਜਮਾ ਅਗਾਰੀ, ਕਹਿਣ ਲੱਗੇ, ਦੇਖੋ ਦੁਨੀਆ ਦੇ ਲੋਕੋ, ਸਾਡਾ ਜਿਹੜਾ ਸ੍ਰੀ ਗੁਰੂ ਅਜੀਤ ਸਿੰਘ ਹੈ, ਆ ਜਿਹੜੀ ਜਾਮਾ ਮਸਜਿਦ ਹੈ, ਇਹ ਇਹਨਾਂ ਦੇ ਅੱਗੇ ਝੁਕ ਗਈ ਹੈ। ਕਰਦ ਬੰਦਨਾ ਲਿਓ ਨਿਹਾਰੀ, ਆ ਕੇ ਦੇਖੋ, ਕਹਿੰਦੇ ਤੁਹਾਡੀ ਮੁਸਲਮਾਨਾਂ ਦੀ ਜਿਹੜੀ ਮਸੀਤ ਹੈ, ਉਹ ਵੀ ਸਾਡੇ ਗੁਰੂ ਨੂੰ ਬੰਦਨਾ ਕਰਦੀ, ਨਮਸਕਾਰਾਂ ਕਰਦੀ ਹੈ। ਹੁਣ ਸਾਧ ਸੰਗਤ, ਕਿਸੇ ਵੀ ਧਰਮ ਦਾ ਅਸਥਾਨ ਹੈ, ਜੇ ਕੋਈ ਉਹਦੀ ਬੇਅਦਬੀ ਵਾਲੀ ਗੱਲ ਕਰੂਗਾ ਤੇ ਉਹ ਧਾਰਮਿਕ ਲੋਕਾਂ ਨੂੰ, ਜਿਨ੍ਹਾਂ ਦੀ ਆਸਥਾ ਜੁੜੀ ਹੈ, ਗੁੱਸਾ ਤਾਂ ਆਊਗਾ ਹੀ ਨਾ। ਜਿਉਂ 2014-15 ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀਆਂ ਹੋਣ ਲੱਗੀਆਂ, ਤੇ ਆਪਣੇ ਮਨਾਂ ਵਿੱਚ ਕਿੰਨਾ ਰੋਸ ਹੈ। ਬੇਅਦਬੀ ਕਰਨ ਵਾਲੇ ਫੜੇ ਨਹੀਂ ਗਏ। ਸਰਕਾਰਾਂ ਜਿਹੜੀਆਂ ਉਸ ਵੇਲੇ ਦੀਆਂ ਸੀ, ਉਹ ਵੀ ਮੌਜੂਦਾ ਸਮੇਂ ਤੱਕ ਆਪਣਾ ਹਰੇਕ ਸਰਕਾਰ ਦੇ ਪ੍ਰਤੀ, ਹਰੇਕ ਸਿੱਖ ਦੇ ਮਨ ਵਿੱਚ ਰੋਸ ਹੈ ਕਿ ਸਾਡੇ ਗੁਰੂ ਸਾਹਿਬ ਦੀ ਨਰਾਦਰੀ ਹੋਈ ਹੈ, ਸਾਨੂੰ ਇਨਸਾਫ ਨਹੀਂ ਮਿਲਿਆ। ਕੌਣ ਸਹਾਰਦਾ ਆਪਣੇ ਗੁਰੂ ਦੀ, ਆਪਣੇ ਧਰਮ ਸਥਾਨ ਦੀ ਨਰਾਦਰੀ? ਇਹ ਮੁਸਲਮਾਨ ਵੀ ਕਿਵੇਂ ਸਹਾਰਦੇ? ਹੁਣ ਕੋਈ ਅਨੁਮਤੀ ਹੈ ਇੱਥੋਂ ਲੰਘੇ ਗੁਰਦੁਆਰਾ ਸਾਹਿਬ ਦੇ ਕੋਲੋਂ, ਤੇ ਉਹਦਾ ਜਲਸਾ ਜਲੂਸ ਲੰਘਦਾ ਹੋਵੇ, ਤੇ ਉੱਚੀ ਉੱਚੀ ਆਵਾਜ਼ 'ਚ ਉਹਦੇ ਚੇਲੇ ਚਾਟੜੇ ਕਹਿਣ ਵੀ ਦੇਖੋ ਤੁਹਾਡਾ ਗੁਰਦੁਆਰਾ ਸਾਹਿਬ ਵੀ ਸਾਡੇ ਗੁਰੂ ਨੂੰ ਮੱਥਾ ਟੇਕਦਾ, ਤੇ ਆਪਾਂ ਬਰਦਾਸ਼ਤ ਕਰਾਂਗੇ ਕਿਤੇ? ਐਵੇਂ ਹੀ ਹੋਇਆ ਜਦੋਂ ਇਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਤੇ ਸਾਧ ਸੰਗਤ ਜੀ, ਉਸ ਵੇਲੇ ਜਿਹੜੇ ਉੱਥੇ ਧਾਰਮਿਕ ਲੋਕ ਇਕੱਠੇ ਹੋਏ ਸਨ, ਇਸਲਾਮੀ, ਤਿਮ ਬੋਲਤ ਸੋ ਕੋ ਸੁਲਤ ਮਨਾਨੇ ਮੈਂ ਮਲਾਨੇ, ਤਿਉਂ ਬੋਲਦਿਆਂ ਨੂੰ ਜਦੋਂ ਮੁਲਾਣਿਆਂ ਨੇ, ਕਾਜ਼ੀਆਂ ਨੇ ਸੁਣਿਆ, ਮਹਾ ਕ੍ਰੋਧ ਕੋ ਮਨ ਮੈਂ ਠਾਨੇ, ਇਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਕ੍ਰੋਧ ਆ ਗਿਆ। ਮੇਰੇ ਨਸਲਤ ਕਰ ਸੋ ਚਲ ਗਈ, ਇਹ ਸਾਰਿਆਂ ਨੇ ਮਿਲ ਕੇ ਆਪਸ ਦੇ ਵਿੱਚ ਸਲਾਹ ਮਸ਼ਵਰਾ ਕੀਤਾ ਤੇ ਚਲੇ ਗਏ। ਦੁਰਗ ਮਝਾਰ ਪਰਵੇਸ਼ਿਤ ਭਏ, ਦਿੱਲੀ ਦੇ ਲਾਲ ਕਿਲੇ ਵਿੱਚ ਬਾਦਸ਼ਾਹ ਫਰਖਸ਼ੀਅਰ ਦੇ ਪੇਸ਼ ਜਾ ਹੋਏ। ਤੁਰਕ ਸਭਾ ਮੈਂ ਸ਼ਾਹੋ ਨਿਹਾਰੀ, ਉੱਥੇ ਤੁਰਕਾਂ ਦੀ ਸਭਾ ਲੱਗੀ ਹੋਈ ਮੁਸਲਮਾਨਾਂ ਦੀ, ਤੇ ਉਸ ਦੇ ਵਿੱਚ ਜਾ ਕੇ ਬਾਦਸ਼ਾਹ ਨੇ ਦੇਖਿਆ ਤਰਕਤ ਸਭ ਪ੍ਰਭ ਦੇਵ ਚਾਰੀ, ਤੇ ਸਾਰਿਆਂ ਨੂੰ ਤਰਕ ਮਾਰ ਕੇ ਨਾ, ਇਹ ਜਿਹੜੇ ਮੁਲਾਣੇ ਸੀ ਮਸੀਤ ਦੇ ਮੌਲਵੀ, ਸਾਰਿਆਂ ਨੂੰ ਇਹ ਤਰਕ ਮਾਰਦੇ ਹੋਏ ਕਹਿਣ ਲੱਗੇ, ਅਬਲੋ ਸਬਦ ਤੇਜ ਤੁਹਾਰਾ, ਕਹਿਣ ਲੱਗੇ, ਬਾਦਸ਼ਾਹ ਸਲਾਮਤ, ਹੁਣ ਤੱਕ ਤਾਂ ਤੁਹਾਡਾ ਬਹੁਤ ਤੇਜ ਪ੍ਰਤਾਪ ਰਿਹਾ, ਰਖਨਾ ਪਰਿਓ ਸ਼ਰਾ ਮੈਂ ਪਾਰਾ, ਔਰ ਸ਼ਰ੍ਹਾ ਦੇ ਵਿੱਚ ਕੋਈ ਫਰਕ ਨਹੀਂ ਪਿਆ ਸੀ ਅੱਜ ਤੱਕ, ਪਰ ਆ ਹੁਣ ਜਿਹੜੀ ਸ਼ਰ੍ਹਾ ਹੈ, ਸਾਡੀ ਮਰਿਆਦਾ ਧਰਮ ਦੀ, ਇਹਦੇ ਵਿੱਚ ਫਰਕ ਪੈਣ ਲੱਗ ਪਿਆ ਹੈ। ਇੰਦਨ ਕੋ ਗੁਰ ਮਹਿਜਤ ਆਵੇ, ਔਰ ਹਿੰਦੂਆਂ ਦਾ ਜਿਹੜਾ ਗੁਰੂ ਕਹਾਉਂਦਾ ਹੈ ਅਜੀਤ ਸਿੰਘ, ਉਹ ਕਹਿੰਦੇ ਸਾਡੀ ਮਸਜਿਦ ਦੇ ਕੋਲੇ ਚੱਲ ਕੇ ਆਉਂਦਾ ਹੈ। ਇੱਧਰ ਉੱਧਰ ਦੇਖਦਾ ਹੈ ਤੇ ਚਾਰੇ ਪਾਸੇ ਦੇਖ ਕੇ ਬੜਾ ਪ੍ਰਸੰਨ ਖੁਸ਼ ਹੁੰਦਾ ਹੈ। ਹੋਰ ਜਿਹੜੇ ਲੋਕ ਹੈ ਉਹਨੂੰ ਘੋੜ ਸਵਾਰ ਹੋਇਆ ਜਾਣ ਕੇ
ਸਾਥੀਆਂ ਦਾ ਜਲਾਓ ਦੇਖ ਕੇ ਉਹ ਵੀ ਖੁਸ਼ ਹੁੰਦੇ ਆ। ਤੇ ਇਸ ਪ੍ਰਕਾਰ ਉਹਦੇ ਜਿਹੜੇ ਸਾਥੀ ਆ ਨਾ ਉਹ ਉੱਚੀ ਉੱਚੀ ਪੁਕਾਰ ਕੇ ਕਹਿੰਦੇ ਹਨ ਸਾਡੀ ਮਸਜਿਦ ਕੋਲ ਆ ਕੇ ਬੰਦੇ ਮਹਿਜਤ ਲਿਓ ਨਿਹਾਰੀ। ਕਿ ਦੇਖ ਲਓ ਆ ਜਿਹੜੀ ਮੁਸਲਮਾਨਾਂ ਦੀ ਜਾਮਾ ਮਸਜਿਦ ਮਸੀਤ ਆ ਨਾ ਇਹ ਵੀ ਸਾਡੇ ਗੁਰੂ ਨੂੰ ਵੰਦਨਾ ਕਰਦੀ ਨਮਸਕਾਰ ਕਰਦੀ ਹੈ। ਆਤੇ ਕਿਉਂ ਸਹੀ ਨਾ ਜਾਈ। ਬਾਦਸ਼ਾਹ ਸਲਾਮਤ ਸਾਡੇ ਤੋਂ ਤਾਂ ਇਹ ਗੱਲਾਂ ਸਹਾਰੀਆਂ ਨਹੀਂ ਜਾਂਦੀਆਂ। ਆਜ ਪਈ ਸੁਧ ਤੁਮ ਟਿਕਿਆਈ। ਇਸ ਕਰਕੇ ਅੱਜ ਆ ਕੇ ਤੁਹਾਡੇ ਕੋਲੇ ਸਾਰੀ ਖਬਰ ਦੱਸ ਦਿੱਤੀ ਹੈ। ਸੁਣ ਕੇ ਸਭ ਤੁਰਕਾਨੇ ਕੀ ਘੜਿਆਨ। ਉਸ ਵੇਲੇ ਕਹਿਣ ਲੱਗੇ ਕਿ ਜਿਹੜੀ ਇਹ ਗੱਲਬਾਤ ਆ ਨਾ ਅਸੀਂ ਤੁਹਾਡੇ ਕੋਲੇ ਆ ਕੇ ਦੱਸੀ ਆ ਨਾ ਇਹਨੂੰ ਕਹਿੰਦੇ ਤੁਸੀਂ ਸੁਣੋ ਧਿਆਨ ਦੇ ਨਾਲ। ਇਹ ਕੱਲੀ ਸਾਡੀ ਮਸੀਤ ਦੀ ਗੱਲ ਨਹੀਂ ਜਾਂ ਮਸੀਤ ਦੇ ਮੌਲਵੀਆਂ ਦੀ ਜਾਂ ਉੱਥੇ ਵਾਲੇ ਲੋਕਾਂ ਦੀ ਗੱਲ ਨਹੀਂ ਹੈ ਕਿ ਇਹ ਤਾਂ ਸਾਡਾ ਧਾਰਮਿਕ ਮਸਲਾ। ਇਸ ਕਰਕੇ ਸਾਰਿਆਂ ਦੀ ਆਣ ਇੱਜ਼ਤ ਘਟਾਉਣ ਵਾਲੀ ਗੱਲ ਹੈ। ਜੇ ਨਾ ਤਦਾਰਕ ਦਿਓ ਮਹਾਨ। ਜੇ ਤੁਸੀਂ ਉਸ ਅਜੀਤ ਸਿੰਘ ਨੂੰ ਮਹਾਨ ਸਜ਼ਾ ਨਹੀਂ ਦਿੰਦੇ। ਸੁਣ ਕੇ ਸਭਨ ਸ਼ਾਹ ਸੋ ਕਹਿਓ। ਉਸ ਵੇਲੇ ਸਾਰਿਆਂ ਨੇ ਸੁਣ ਕੇ ਇਹਨਾਂ ਸਾਰਿਆਂ ਦੀਆਂ ਗੱਲਾਂ ਬਾਤਾਂ ਤੇ ਬਾਦਸ਼ਾਹ ਕਹਿਣ ਲੱਗਾ ਕਹਿਣ ਲੱਗੇ ਵੀ ਆਪਾਂ ਨੂੰ ਚਾਹੀਦਾ ਹੁਣੇ ਉਸ ਨੂੰ ਪਕੜ ਲਈਏ ਗ੍ਰਿਫਤਾਰ ਕਰੀਏ ਤੇ ਫੜ ਕੇ ਉਹਨੂੰ ਜੇਲ੍ਹ ਵਿੱਚ ਸੁੱਟ ਦਿਓ। ਹਾਂ ਜਦੋਂ ਇੱਕ ਨੂੰ ਫੜ ਕੇ ਸਿੱਟਿਆ ਜੇਲ੍ਹ ਦੇ ਵਿੱਚ ਫਿਰ ਹੋਰ ਕੋਈ ਅਵੱਗਿਆ ਨਹੀਂ ਕਰੂਗਾ ਹੋਰ ਕੋਈ ਬੇਅਦਬੀ ਨਹੀਂ ਕਰੂਗਾ। ਤੇ ਬਾਦਸ਼ਾਹ ਸਾਡੀ ਬੇਨਤੀ ਹੈ ਜਾਂ ਫਿਰ ਉਹਨੂੰ ਫੜ ਲੈ ਤੇ ਆਪਣੀ ਆਨ ਮਨਾ ਲੈ ਆਪਣੀ ਈਨ ਮਨਾ ਲੈ ਇਸਲਾਮ ਵਿੱਚ ਲੈ ਆ ਉਸ ਨੂੰ। ਜਾਂ ਫਿਰ ਇਹ ਕਰ ਵੀ ਸਿੱਖਾਂ ਦਾ ਇਹ ਬਿਰਧ ਹੈ ਪ੍ਰਣ ਹੈ ਵੀ ਇਹ ਕੇਸ ਨਹੀਂ ਕਟਾਉਂਦੇ। ਜਿਹੜੇ ਉਹਦੇ ਸਿਰ ਦੇ ਉੱਤੇ ਕੇਸ ਆ ਨਾ ਜੂੜਾ ਉਹਨੂੰ ਕੱਟਣ ਦੀ ਗੱਲ ਕਰ ਉਹ ਕਟਾ ਦੇ ਉਸ ਦਾ। ਜਦੋਂ ਇਹਨਾਂ ਦੋਵਾਂ ਚੋਂ ਇੱਕ ਗੱਲ ਹੋ ਜਾਵੇਗੀ ਉਸ ਤੋਂ ਬਾਅਦ ਕੋਈ ਨਿਰਾਦਰੀ ਨਹੀਂ ਕਰੇਗਾ। ਸਾਰੇ ਅਦਬ ਸਤਿਕਾਰ ਕਰਨਗੇ ਮਸੀਤਾਂ ਦਾ ਇਸਲਾਮ ਦਾ। ਉਸ ਵੇਲੇ ਫਰਖਸ਼ੀਅਰ ਬਾਦਸ਼ਾਹ ਨੇ ਸੁਣ ਕੇ ਤੁਰੰਤ ਹੀ ਆਪਣੇ ਬੰਦੇ ਭੇਜੇ। ਕਹਿੰਦਾ ਮਸਜਿਦ ਦੇ ਨੇੜੇ ਜਾ ਕੇ ਤੂੰ ਇਸ ਤਰ੍ਹਾਂ ਦੇ ਵਾਕ ਉਚਾਰਨ ਕੀਤੇ ਆ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਸੀਂ ਕੀਤੀਆਂ ਹਨ ਬੇਅਦਬੀ ਵਾਲੀਆਂ। ਇਸ ਕਰਕੇ ਗਲ ਦੇ ਵਿੱਚ ਕੁਹਾੜੀ ਪਾ ਕੇ ਆ ਜਾ। ਹੱਥ ਬੰਨ੍ਹ ਕੇ ਮੇਰੇ ਕੋਲ ਆ ਜਾਵੇ ਉਹ ਅਜੀਤ ਸਿੰਘ ਇਹ ਮੇਰਾ ਸੁਨੇਹਾ ਉਹਨੂੰ ਦੇ ਦਿਓ। ਪੁਰਾਣੇ ਸਮਿਆਂ ਦੇ ਵਿੱਚ ਨਾ ਜਦੋਂ ਕੋਈ ਗੁਨਾਹਗਾਰ ਹੁੰਦਾ ਜੇ ਉਹਨੇ ਮਾਫੀ ਮੰਗਣੀ ਹੁੰਦੀ ਜਾਂ ਪੇਸ਼ ਹੋਣਾ ਹੁੰਦਾ ਜਿਵੇਂ ਅੱਜ ਕੱਲ੍ਹ ਆਪਾਂ ਕੋਈ ਗੁਨਾਹਗਾਰ ਹੁੰਦਾ ਤੇ ਪਤਵੰਤੇ ਸੱਜਣ ਲੈ ਕੇ ਉਹਨੂੰ ਥਾਣੇ ਪੇਸ਼ ਹੁੰਦੇ ਆ ਨਾ। ਪੁਰਾਣੇ ਸਮਿਆਂ ਦੇ ਵਿੱਚ ਇਹ ਰਿਵਾਜ ਸੀ ਜੇ ਕੋਈ ਗੁਨਾਹਗਾਰ ਹੁੰਦਾ ਨਾ ਉਹ ਆਪਣੇ ਗਲ ਦੇ ਵਿੱਚ ਕੁਹਾੜੀ ਪਾ ਕੇ ਤੇ ਜਾ ਕੇ ਹਾਜ਼ਰ ਹੋ ਜਾਂਦਾ ਸੀ ਵੀ ਮੈਂ ਆਪਣਾ ਗੁਨਾਹ ਕਬੂਲ ਕਰਦਾ ਆਹ ਗਲ ਵਿੱਚ ਮੇਰੇ ਕੁਹਾੜੀ ਪਾਈ ਹੋਈ ਹੈ। ਜੇ ਤੁਹਾਡੇ ਮਨ ਮਿਹਰ ਪੈਂਦੀ ਹੈ ਤਾਂ ਮੇਰਾ ਗੁਨਾਹ ਨੂੰ ਮਾਫ ਕਰਕੇ ਮੈਨੂੰ ਛੱਡ ਦਿਓ ਤੇ ਚਾਹੇ ਆ ਕੁਹਾੜੀ ਨਾਲ ਮੇਰਾ ਗਲ ਵੱਢ ਦਿਓ ਮੈਨੂੰ ਵੱਢ ਕੇ ਸੁੱਟ ਦਿਓ। ਇਉਂ ਪੂਰਨ ਤੌਰ 'ਤੇ ਸਰੈਂਡਰ ਕੀਤਾ ਜਾਂਦਾ ਸੀ। ਆਪਣੇ ਆਪ ਨੂੰ ਗੁਨਾਹਗਾਰ ਸਮਝ ਕੇ ਪੇਸ਼ ਕੀਤਾ ਜਾਂਦਾ ਸੀ। ਇਸ ਤਰ੍ਹਾਂ ਇਹ ਕੁਹਾੜੀ ਗਲ ਦੇ ਵਿੱਚ ਕਹਿੰਦਾ ਪਾ ਕੇ ਆ ਜਾਵੇ ਤੇ ਆ ਕੇ ਮੈਨੂੰ ਨਮਸਕਾਰ ਕਰੇ। ਹਾਂ ਔਰ ਜਦੋਂ ਆ ਜਾਵੇਗਾ ਉਸ ਵੇਲੇ ਉਚਿਤ ਜਿਹੜੀ ਬਣਦੀ ਸਜ਼ਾ ਹੋਵੇਗੀ ਉਹਨੂੰ ਆਖਿਓ ਵੀ ਤੈਨੂੰ ਦਿੱਤੀ ਜਾਵੇ। ਇਸ ਤਰ੍ਹਾਂ ਕਹਿ ਕੇ ਜਿਹੜੇ ਮੁਲਾਣੇ ਸੀਗੇ ਸੋ ਜੇ ਇਹ ਕਹਿਣਗੇ ਤਾਂ ਇਹਨਾਂ ਦੇ ਕਹਿਣ ਦੇ ਉੱਤੇ ਮੈਂ ਤੈਨੂੰ ਛੱਡ ਵੀ ਸਕਾਂਗਾ। ਇਹ ਮੇਰਾ ਸੁਨੇਹਾ ਦੇ ਦਿਓ ਅਜੀਤ ਸਿੰਘ ਨੂੰ। ਨਹੀਂ ਤਾਂ ਕਹਿੰਦੇ ਜੇ ਮੁਲਾਣੇ ਨਾ ਮੰਨੇ ਜਿਵੇਂ ਸ਼ਰ੍ਹਾ ਦਾ ਇਹਨਾਂ ਨੇ ਫਤਵਾ ਲਾਇਆ ਤਾਂ ਫਿਰ ਕਹਿੰਦੇ ਉਹਦੇ ਮੁਤਾਬਕ ਤੈਨੂੰ ਇਹ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਵੀ ਤੇਰੇ ਕੇਸ ਆ ਜਿਹੜੇ ਕੱਟੇ ਜਾਣਗੇ। ਜੇ ਤੂੰ ਬਚਣਾ ਚਾਹੁੰਦਾ ਆਪਣੇ ਕੇਸ ਕੱਟ ਕੇ ਆਪ ਭੇਜ ਦੇ ਤੇ ਅੱਗੇ ਤੋਂ ਇਹ ਗੱਲ ਦਾ ਧਿਆਨ ਰੱਖੀ ਵੀ ਬਾਅਦ ਵਿੱਚ ਕਦੇ ਇਹੋ ਜਿਹੀ ਗੱਲ ਨਹੀਂ ਕਰਨੀ ਵੀ ਮੁਸਲਮਾਨਾਂ ਦੀ ਮਸੀਤ ਮੇਰੇ ਅੱਗੇ ਝੁਕਦੀ ਹੈ। ਇਹ ਗੱਲ ਨਾ ਦੁਬਾਰਾ ਕਰੀ ਕਦੇ।
ਜਿੱਥੇ ਇਹ ਅਜੀਤ ਸਿੰਘ ਬੈਠਾ ਸੀ ਸਥਿਤ ਹੋਇਆ, ਹੁਕਮ ਚਾਕੋ ਤਿਸ ਕਹਿ ਦਿਓ। ਉੱਥੇ ਜਾ ਕੇ ਬਾਦਸ਼ਾਹ ਦੇ ਭੇਜੇ ਹੋਏ ਸਿਪਾਹੀਆਂ ਨੇ ਬਾਦਸ਼ਾਹ ਦਾ ਹੁਕਮ ਇਹਨੂੰ ਸੁਣਾ ਦਿੱਤਾ ਇਨ ਬਿਨ। ਲੈ ਮਨ ਸੋਨਾ ਬੰਸਨ ਗਨ ਆਵੇ। ਬਾਕੀ ਕਹਿੰਦੇ ਭਾਈ ਜੇ ਤੂੰ ਬਾਦਸ਼ਾਹ ਦੀਆਂ ਜਿਹੜੀਆਂ ਇਹ ਗੱਲਾਂ ਤੈਨੂੰ ਕਹੀਆਂ ਇਹ ਨਹੀਂ ਮੰਨੇਗਾ, ਫਿਰ ਕਹਿੰਦੇ ਕੱਲ ਨੂੰ ਵੱਡੀ ਸੈਨਾ ਭਾਰੀ ਗਿਣਤੀ ਵਿੱਚ ਫੌਜ ਚੜਾ ਕੇ ਲਿਆਵਾਂਗੇ ਮਾਰ ਪਕੜ ਕਰ ਲੈ ਤੋਹਿ ਲੈ ਜਾਵੇ। ਤੇ ਤੂੰ ਆਪਣੇ ਆਪ ਨਹੀਂ ਜਾਏਗਾ ਤਾਂ ਤੈਨੂੰ ਮਾਰ ਕੁੱਟ ਕੇ ਫੜ ਕੇ ਅਸੀਂ ਉੱਥੇ ਲੈ ਜਾਵਾਂਗੇ। ਸੁਨਤ ਅਜੀਤ ਸਿੰਘ ਭੈ ਮਾਨਾ। ਜਦੋਂ ਆਹ ਗੱਲਾਂ ਸੁਣੀਆਂ, ਅਜੀਤ ਸਿੰਘ ਸੀ ਜਿਹੜਾ ਹੁਣ ਪਖੰਡੀ ਬੰਦਾ, ਕਿੰਨਾ ਕੁ ਸਾਹਮਣੇ ਟਿਕੇ। ਜੇ ਸੱਚ ਹੋਵੇ ਅੰਦਰ ਫਿਰ ਤਾਂ ਖੜ ਜਾਊਗਾ ਡਟ ਕੇ। ਪਖੰਡਬਾਜ਼ ਸੀ ਨਾ ਅੰਦਰ, ਐਵੇਂ ਲਿਫਾਫੇਬਾਜ਼ੀ ਕੀਤੀ ਹੋਈ ਸੀ, ਮਨ ਵਿੱਚ ਡਰ ਗਿਆ, ਬਹੁਤ ਭੈ ਧਾਰਨ ਕੀਤਾ ਇਹ ਪਾਲਕ ਪੁੱਤਰ ਅਜੀਤ ਸਿੰਘ ਨੇ। ਨਿਜ ਸੰਗਨ ਕੈ ਸੰਗ ਬਖਾਨਾ। ਆਪਣੇ ਜਿਹੜੇ ਸੰਗੀ ਸਾਥੀ ਸੀ ਨਾ 60 ਬੰਦੇ ਜਾਂ ਮਾੜੇ ਮੋਟੇ ਨੂੰ ਮੱਥਾ ਟੇਕਣ ਵਾਲੇ, ਉਹਨਾਂ ਦੇ ਨਾਲ ਕਹਿਣ ਲੱਗਾ, ਕਿਆ ਕਰਤੱਵ ਮੋਹਿ ਬਨ ਆਵੇ। ਕਹਿੰਦਾ ਵੀ ਬੜਾ ਵਿਪਤਾ ਦਾ ਸਮਾਂ ਆ ਗਿਆ, ਹੁਣ ਮੈਨੂੰ ਦੱਸੋ ਵੀ ਮੈਨੂੰ ਕੀ ਕਰਨਾ ਬਣਾਉਂਦਾ ਹੈ, ਐਸੇ ਬਚੋਂ ਉਪਾਇ ਨਾ ਆਵੇ। ਕਿਵੇਂ ਮੇਰਾ ਬਚਾਅ ਹੋਵੇ, ਕਿਵੇਂ ਆਪਣੇ ਆਪ ਨੂੰ ਬਚਾਵਾਂ, ਕੋਈ ਉਪਾਅ ਬਣ ਨਹੀਂ ਆਉਂਦਾ। ਸੁਨੋ ਗੁਰੂ ਸਤ ਹਮ ਕਿਆ ਕਹੈ। ਉਸ ਵੇਲੇ ਦੇ ਸਾਥੀ ਕਹਿਣ ਲੱਗੇ, ਹੇ ਗੁਰੂ ਪੁੱਤਰ, ਗੁਰੂ ਦਿਆ ਪੁੱਤਰਾ, ਕਹਿੰਦੇ ਅਸੀਂ ਇਹਦੇ ਵਿੱਚ ਕੀ ਕਹਿ ਸਕਦੇ ਹਾਂ। ਭਾਜਨ ਕੋ ਪਾਵਨੇ ਲਹੈ। ਜੇ ਕਹਿੰਦੇ ਤੂੰ ਸੋਚਦਾ ਹੋਵੇਂਗਾ ਵੀ ਮੈਂ ਭੱਜ ਜਾਵਾਂਗਾ, ਤੇ ਭੱਜਣ ਦਾ ਵੀ ਕੋਈ ਉਪਾਅ ਨਹੀਂ ਬਣ ਸਕਦਾ, ਭਗੌੜਾ ਹੋਇਆ ਨਹੀਂ ਸਰਨਾ। ਤੇਰੇ ਜਾਂ ਅਸ ਠੌਰ ਨ ਕੋਈ। ਕਹਿੰਦੇ ਕਿ ਕੋਈ ਇਹੋ ਜੀ ਥਾਂ ਨਹੀਂ ਜਿੱਥੇ ਜਾ ਕੇ ਲੁਕ ਜਾਵੇਂ, ਕਿਉਂਕਿ ਚਾਰੇ ਪਾਸੇ ਤੁਰਕਾਂ ਦਾ ਮੁਗਲਾਂ ਦਾ ਰਾਜ ਹੈ। ਲੜਪੇ ਕੀ ਸੁਮਰਤ ਨ ਕੋਈ। ਤੇ ਜੇ ਤੂੰ ਕਹੇ ਵੀ ਆਪਾਂ ਉਹਨਾਂ ਨਾਲ ਲੜਾਈ ਕਰ ਲਈਏ, ਲੜ ਲਈਏ, ਉਹ ਭਾਰੀ ਫੌਜ ਹੈ, ਹਿੰਦੁਸਤਾਨ ਦਾ ਬਾਦਸ਼ਾਹ ਫਰਖਸ਼ੀਅਰ, ਤੇ ਆਪਾਂ ਲੜਨ ਵਿੱਚ ਵੀ ਸਮਰੱਥ ਨਹੀਂ ਹਾਂ। ਕਹਿ ਨਿਲ ਬਿਰਦ ਤਾਰ ਪਟਾਵੋ। ਫਿਰ ਕਹਿੰਦੇ ਜਾਂ ਤੂੰ ਇਉਂ ਕਰ ਵੀ ਜੇ ਉਹਨਾਂ ਨੇ ਕਿਹਾ ਵੀ ਆਪਣਾ ਬਿਰਦ ਲਾ ਦੇ, ਆਪਣੇ ਕੇਸ ਕੱਟ ਕੇ ਭੇਜ ਦੇ, ਤੇ ਉਹ ਕੰਮ ਕਰ ਲਾ, ਆਪਣੇ ਕੇਸ ਕੱਟ ਕੇ ਭੇਜ ਦੇ। ਜਦੋਂ ਸ਼ਾਹ ਕੇ ਨਿਕਟ ਸਦਾਵੋ। ਜਾਂ ਫਿਰ ਬਾਦਸ਼ਾਹ ਦੇ ਕੋਲ ਜਾ ਕੇ ਆਪ ਪੇਸ਼ ਹੋ ਜਾ। ਪ੍ਰਾਣ ਰਖੋ ਤੋ ਧਰਮ ਨ ਰਹੈ। ਪਰ ਇੱਕ ਗੱਲ ਹੈ ਵੀ ਜੇ ਤੂੰ ਪ੍ਰਾਣ ਬਚਾਉਣੇ ਚਾਹੁੰਦਾ ਤਾਂ ਫਿਰ ਤੇਰਾ ਧਰਮ ਨਹੀਂ ਰਹੂਗਾ, ਕਿਉਂਕਿ ਪਤਾ ਨਾ ਇਹਨਾਂ ਤੁਰਕਾਂ ਦਾ, ਮੁਗਲਾਂ ਦਾ, ਕਿ ਇਹ ਤਾਂ ਧੱਕੇ ਦੇ ਨਾਲ ਔਰੰਗਜ਼ੇਬ ਨੇ, ਇਹਨਾਂ ਦੇ ਵਡੇਰੇ ਨੇ ਲੋਕਾਂ ਦਾ ਧਰਮ ਤਬਦੀਲ ਕੀਤਾ ਸੀ, ਤਲਵਾਰ ਦੇ ਜ਼ੋਰ ਨਾਲ ਇਹ ਧਰਮ ਤਬਦੀਲ ਕਰਾ ਦਿੰਦੇ ਆ। ਕਿੰਨੇ ਸਿੰਘਾਂ ਨੂੰ ਇਹਨਾਂ ਨੇ ਸ਼ਹੀਦ ਕੀਤਾ ਹੁਣ ਤੱਕ, ਜਿਹੜੇ ਆਪਣੇ ਸਿੱਖੀ ਸਿਦਕ ਦੇ ਉੱਤੇ ਅਡੋਲ ਰਹੇ, ਪਰਪੱਕ ਰਹੇ। ਜੇ ਤੂੰ ਧਰਮ ਬਚਾਉਣਾ ਚਾਹੇਗਾ ਤੇ ਤੇਰੇ ਪ੍ਰਾਣ ਨਹੀਂ ਬਚਣੇ, ਪਰ ਜੇ ਪ੍ਰਾਣ ਬਚਾਉਣੇ ਚਾਹੁੰਦਾ ਤਾਂ ਧਰਮ ਨਹੀਂ ਤੇਰੇ ਕੋਲ ਰਹਿਣਾ। ਧਰਮ ਰਖੋ ਤੋ ਪ੍ਰਾਣ ਨ ਲਹੈ। ਹਾਂ, ਜੇ ਧਰਮ ਰੱਖਣ ਦੀ ਗੱਲ ਕਰਦਾ ਫਿਰ ਤੈਨੂੰ ਜਾਨ ਤੋਂ ਹੱਥ ਧੋਣੇ ਪੈਣਗੇ। ਸੁਨ ਅਜੀਤ ਸਿੰਘ ਡਰ ਕਰ ਡਾਲਾ। ਉਸ ਵੇਲੇ ਜਿਹੜਾ ਇਹ ਪਾਲਕ ਪੁੱਤਰ ਅਜੀਤ ਸਿੰਘ ਸੀ, ਇਹ ਬਹੁਤ ਡਰ ਗਿਆ, ਡੋਲ ਗਿਆ, ਧੀਰਜ ਤੇ ਬੀਨ ਹੋਏ ਬੋਲਾਏ। ਔਰ ਧੀਰਜ ਵਿਹੂਣਾ ਹੋ ਕੇ ਬੋਲਿਆ ਇਹ। ਸ਼ਾਹ ਸੁਣੀ ਬਜਾਉ ਨ ਕੈਸੀ। ਕਹਿੰਦਾ ਜੀ ਬਾਦਸ਼ਾਹ ਦੇ ਕੋਲ ਜਾਣ ਦੀ ਗੱਲ ਕਰਦੇ ਹੋ, ਉਹ ਤਾਂ ਮੈਂ ਕਦੇ ਵੀ ਕਿਸੇ ਤਰੀਕੇ ਨਹੀਂ ਜਾਵਾਂਗਾ। ਦੇ ਹੁਕਮ ਦੁਖ ਤੇ ਮ੍ਰਿਤੂ ਜੈਸੀ। ਮੈਂ ਜੇ ਚਲਾ ਗਿਆ ਕੀ ਪਤਾ ਉਹਨੇ ਕਿਹੋ ਜਿਹਾ ਹੁਕਮ ਦੇ ਦੇਣਾ ਜਿਹਦੇ ਨਾਲ ਮੈਨੂੰ ਦੁੱਖ ਸਹਾਰਨੇ ਪੈਣ, ਮੇਰੀ ਮੌਤ ਹੋ ਜਾਵੇ। ਇਮ ਕਹਿ ਘਰ ਦੇ ਅੰਤਰ ਕਰਿਓ। ਇਉਂ ਕਹਿ ਕੇ ਆਪਣੇ ਘਰ ਦੇ ਅੰਦਰ ਚਲਿਆ ਗਿਆ। ਕੇਸ ਜੂੜ ਕਤਰਾਮਨ ਕਰਿਓ। ਜਿਹੜਾ ਕੇਸਾਂ ਦਾ ਜੂੜਾ ਸੀ ਨਾ ਇਹਦੇ ਸਿਰ ਦੇ ਉੱਤੇ, ਸਾਧ ਸੰਗਤ ਜੀ ਮਾੜੇ ਭਾਗਾਂ ਵਾਲੇ ਨੇ ਕੈਂਚੀ ਦੇ ਨਾਲ ਕਤਰਾ ਦਿੱਤਾ, ਕੇਸਾਂ ਦਾ ਜੂੜਾ ਕਟਾ ਦਿੱਤਾ। ਥਾਰੇ ਨਾਏ ਤਾਹੀ ਮੋ ਧਰੀ। ਇੱਕ ਥਾਲ ਮੰਗਾ ਕੇ ਬੰਨਿਆ ਬਣਾਇਆ ਕੇਸਾਂ ਦਾ ਜੂੜਾ ਨਾ, ਉਹ ਥਾਲ ਵਿੱਚ ਧਰ ਦਿੱਤਾ। ਸੇਦ ਬਲਤੇ ਬਸਤਰ ਤੇ ਛਾਦਨ ਕਰੀ। ਚਿੱਟੇ ਰੁਮਾਲ ਦੇ ਨਾਲ, ਕੱਪੜੇ ਦੇ ਨਾਲ ਢੱਕ ਦਿੱਤਾ। ਤੁਰ ਕੇ ਸ਼ੁਰੂ ਕੇ ਮਨ ਜੋ ਅਗਾਰੀ। ਜਿਹੜੇ ਉਹ ਤੁਰਕ ਬਾਦਸ਼ਾਹ ਦੇ ਸਿਪਾਹੀ ਆਏ ਸੀ ਨਾ, ਉਹਨਾਂ ਦੇ ਅੱਗੇ ਪੇਸ਼ ਕੀਤਾ ਬਹੁ ਬਿਨਤੀ ਕਰ ਜੋਰ ਉਚਾਰੀ। ਤੇ ਬਹੁਤ ਬਾਰ-ਬਾਰ ਬੇਨਤੀਆਂ ਕਰਕੇ ਹੱਥ ਜੋੜ ਕੇ ਕਹਿੰਦਾ ਹੈ। ਹੁਕਮ ਸ਼ਾਹ ਕੋ ਮੈਂ ਮਨ ਮਾਨਾ। ਕਹਿਣ ਲੱਗਾ ਜੀ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਵੀ ਬਾਦਸ਼ਾਹ ਸਲਾਮਤ ਦਾ ਹੁਕਮ ਮੈਂ ਸਿਰ ਮੱਥੇ ਕਰਕੇ ਮੰਨ ਲਿਆ ਹੈ। ਆਪਣੋ ਕੁਛ ਅਪਰਾਧ ਨ ਜਾਣਾ।
ਹਾਂ ਮੈਂ ਆਪਣਾ ਕੋਈ ਅਪਰਾਧ ਤਾਂ ਜਾਣਿਆ ਨਹੀਂ ਸੀ, ਮੇਰੀ ਤਾਂ ਇਹਦੇ ਵਿੱਚ ਗਲਤੀ ਨਹੀਂ ਸੀ ਕੋਈ। ਭਇਓ ਨਕੀਬ ਅਚਾਨਕ ਮੰਦੇ। ਪਰ ਆ ਜਿਹੜੀਆਂ ਮੰਦੀਆਂ ਗੱਲਾਂ ਨਾ, ਮਾੜੇ ਬਚਨ ਹੈ, ਇਹ ਮੇਰੇ ਨਕੀਬ ਨੇ, ਮੇਰੇ ਪਹਿਰੇਦਾਰ ਨੇ, ਚੌਬਦਾਰ ਨੇ ਕਹਤੇ ਸੀ, ਮੈਂ ਨਹੀਂ ਸੀ ਕਿਹਾ। ਤੇ ਖਾਲਸਾ ਜੀ ਖਿਆਲ ਕਰਿਓ, ਹਮੇਸ਼ਾ ਚੇਲੇ ਚਾਟੜੀ ਇਹ ਪਖੰਡੀ ਗੁਰੂਆਂ ਨੂੰ ਮਰਵਾਉਂਦੇ ਹੁੰਦੇ ਆ। ਇਹ ਨਾਲ ਦੇ ਹਵਾ ਦੇਈ ਜਾਂਦੇ ਆ ਵੀ ਗੁਰੂ ਜੀ ਤੁਸੀਂ ਮਹਾਨ, ਤੁਸੀਂ ਇੱਦਾਂ, ਤੁਸੀਂ ਉੱਦਾਂ, ਚੱਕ ਦਿਆਂਗੇ ਫੱਟੇ, ਆਹ ਕਰ ਦਿਓ, ਉਹ ਕਰ ਦਿਓ। ਕਿੰਨੇ ਅੱਜ ਤੱਕ ਆਪਾਂ ਦੇਖੇ ਹੀ ਹੈ ਪਖੰਡੀ ਗੁਰੂਆਂ ਨੇ ਗ੍ਰੰਥ ਪੰਥ ਦੇ ਨਾਲ ਮੱਥਾ ਲਾਇਆ ਤੇ ਕਿਵੇਂ ਉਹਨਾਂ ਦਾ ਅੰਤ ਹੋਇਆ। ਚਾਹੇ 1978 ਦੇ ਵਿੱਚ ਉਹ ਨਰਕ ਧਾਰੀਆਂ ਦੀ ਗੱਲ ਕਰ ਲਓ, ਚਾਹੇ ਆ ਸਰਸੇ ਵਾਲਿਆਂ ਦੀ ਗੱਲ ਕਰ ਲਓ, ਚਾਹੇ ਭਨਿਆਰੇ ਵਾਲਾ ਸਾਧ ਨੂਰ ਮੇਲੇ, ਕਿੰਨੇ ਸਾਧ ਸੰਗਤ ਗੁਰੂ ਗ੍ਰੰਥ ਪੰਥ ਦੇ ਨਾਲ ਭਿੜਦੇ ਰਹੇ ਆ ਤੇ ਚੱਕਦੇ ਹੁੰਦੇ ਆ ਹਮੇਸ਼ਾ ਚੇਲੇ ਚਾਟੜੇ ਇਹਨਾਂ ਪਖੰਡੀਆਂ ਨੂੰ। ਜਿਹਦਾ ਪਖੰਡ ਦਾ ਡੇਰਾ ਥੋੜ੍ਹਾ ਜਿਹਾ ਚੱਲ ਪਏ, ਨਾਲ ਦੀ ਨਾਲ ਉਹ ਹਵਾ ਦੇਣੀ ਸ਼ੁਰੂ ਕਰ ਦਿੰਦੇ ਜੀ, ਬਸ ਤੁਸੀਂ ਤਾਂ ਰੱਬ, ਤੁਹਾਡੇ ਤੋਂ ਵੱਡਾ ਕੌਣ ਹੈ। ਇਉਂ ਸਾਧ ਸੰਗਤ ਜੀ, ਇਹ ਅਜੀਤ ਸਿੰਘ ਵੀ ਕਹਿੰਦਾ ਵੀ ਮੇਰੀ ਤਾਂ ਗਲਤੀ ਨਹੀਂ ਸੀ, ਪਰ ਮੇਰੇ ਆ ਚੇਲੇ ਚਾਟੜਿਆਂ ਨੇ, ਨਕੀਬਾਂ ਨੇ, ਜਿਹੜੇ ਆਵਾਜ਼ਾਂ ਦੇਣ ਵਾਲੇ ਆ, ਉਹਨਾਂ ਨੇ ਇਹ ਗੱਲ ਆਖੀ ਸੀ, ਮੇਰਾ ਇਹਦੇ ਵਿੱਚ ਕਸੂਰ ਨਹੀਂ ਸੀ ਕੋਈ। ਨਾਮਧਾਰੀਆਂ ਦੇ ਵਿੱਚੋਂ ਸਾਧ ਸੰਗਤ ਜੀ ਬੜੀ ਕਰਨੀ ਕਮਾਈ ਵਾਲੇ ਬਾਬਾ ਰਾਮ ਸਿੰਘ ਜੀ ਹੋਏ ਆ। ਜਿਸ ਵੇਲੇ ਸਾਧ ਸੰਗਤ ਜੀ ਉਹਨਾਂ ਨੂੰ ਬਰਮਾ ਭੇਜਣ ਲੱਗੇ, ਜਲਾਵਤਨ ਕਰਕੇ ਦੇਸ਼ ਨਿਕਾਲਾ ਦੇ ਕੇ ਨਾ, ਤੇ ਸਰਕਾਰ ਦੇ ਸਿਪਾਹੀ ਉਹਨਾਂ ਨੂੰ ਪੁੱਛਦੇ ਆ ਵੀ ਬਾਬਾ ਜੀ ਤੁਸੀਂ ਆਪਣੇ ਨਾਲ ਕਿਹਨੂੰ ਲੈ ਕੇ ਜਾਣਾ ਚਾਹੁੰਦੇ ਆ। ਕਹਿੰਦਾ ਜੀ ਆ ਮੇਰੇ 2 ਚੇਲੇ ਆ, ਮੇਰੇ ਗੜਵਈ ਜਿਹੜੇ ਆ, ਮੇਰੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿੰਦੇ, ਇਹਨਾਂ ਨੂੰ ਲੈ ਕੇ ਜਾਊਂਗਾ, ਹੋਰ ਮੈਂ ਕਿਹਨੂੰ ਨਾਲ ਲੈ ਕੇ ਜਾਣਾ। ਉਸ ਵੇਲੇ ਉਹ ਜਿਹੜੇ ਸੀ, ਉਹਨਾਂ ਨੇ, ਜਿਹੜੇ ਚੇਲੇ ਸੀ ਨਾ ਗੜਵਈ, ਹੱਥ ਜੋੜ ਕੇ ਖੜ ਗਏ, ਕਹਿੰਦੇ ਬਾਬਾ ਜੀ ਸਾਡੀ ਡਿਊਟੀ ਤਾਂ ਤੁਹਾਨੂੰ ਇੱਥੋਂ ਤੱਕ ਪਹੁੰਚਾਉਣ ਦੀ ਸੀ, ਸਰਕਾਰੋਂ ਸਾਨੂੰ ਤਨਖਾਹ ਮਿਲਦੀ ਸੀ, ਸਾਨੂੰ ਤਾਂ ਸਰਕਾਰ ਨੇ ਹੀ ਤੁਹਾਡੇ ਨਾਲ ਫਿੱਟ ਕੀਤਾ ਹੋਇਆ ਸੀ, ਤੇ ਸਾਡਾ ਕੰਮ ਬਸ ਇੱਥੋਂ ਤੱਕ ਤੁਹਾਨੂੰ ਪਹੁੰਚਾਉਣਾ ਸੀ, ਗਾਂ ਤੁਹਾਨੂੰ ਇਕੱਲਿਆਂ ਨੂੰ ਜਾਣਾ ਪੈਣਾ। ਫਿਰ ਬਰਮਾ ਨੂੰ ਜਲਾਵਤਨ ਜਦੋਂ ਹੋਏ ਆ, ਭੇਜਿਆ ਇਹਨਾਂ ਨੂੰ ਬਾਬਾ ਰਾਮ ਸਿੰਘ ਕੁੱਕੇ ਨੂੰ, ਤੇ ਉਹ ਫਿਰ ਇਕੱਲੇ ਹੀ ਚਲੇ, ਇਕੱਲਿਆਂ ਨੂੰ ਜਾਣਾ ਪਿਆ ਸੀ। ਇਉਂ ਕਈ ਵਾਰ ਨਾ ਬੰਦੇ ਨੂੰ ਆ ਜਿਹੜੇ ਨਾਲ ਬੱਲੇ ਬੱਲੇ ਕਰਨ ਵਾਲੇ ਹੁੰਦੇ ਆ ਨਾ, ਇਹ ਪਤਾ ਨਹੀਂ ਲੱਗਣ ਦਿੰਦੇ ਵੀ ਮੈਨੂੰ ਵਰਤਿਆ ਜਾ ਰਿਹਾ। ਪਤਾ ਉਦੋਂ ਹੀ ਲੱਗਦਾ ਹੈ ਵੀ ਜਦੋਂ ਨੈਪਕਿਨ ਵਾਂਗੂ ਵਰਤ ਕੇ ਸੁੱਟ ਦਿੰਦੇ ਆ, ਉਦੋਂ ਅੱਖਾਂ ਖੁੱਲ੍ਹਦੀਆਂ ਵੀ ਹੈ ਇਹਨਾਂ ਨੇ ਮੇਰਾ ਭੋਗ ਪਾਤਾ, ਇਹਨਾਂ ਨੇ ਕੰਮ ਖਰਾਬ ਕਰਤਾ। ਇਸੇ ਤਰ੍ਹਾਂ ਇਹ ਅਜੀਤ ਸਿੰਘ ਨੂੰ ਬਾਅਦ ਵਿੱਚ ਸਮਝ ਆਈ ਵੀ ਜਿਹੜੇ ਮੇਰੀ ਬੱਲੇ ਬੱਲੇ ਕਰਨ ਵਾਲੇ ਸੀ ਨਾ, ਲੋਕਾਂ ਦੇ ਵਿੱਚ ਮੈਨੂੰ ਗੁਰੂ ਪ੍ਰਚਾਰਦੇ ਸੀ, ਕਹਿੰਦਾ ਇਹ ਮਾੜੇ ਸ਼ਬਦ ਵੀ ਉਹਨਾਂ ਨੇ ਆਖੇ ਹਨ। ਹੁਣ ਤਾਂ ਮੈਂ ਤੁਹਾਡੇ ਸਾਹਮਣੇ ਹੱਥ ਬੰਨ੍ਹ ਰਿਹਾ ਹਾਂ। ਹੇ ਬਾਦਸ਼ਾਹ, ਮੈਂ ਤੈਨੂੰ ਨਮਸਕਾਰ ਕਰਦਾ, ਹੱਥ ਬੰਨ੍ਹਦਾ ਤੇਰੇ ਅੱਗੇ, ਮੈਂ ਤੇਰੀ ਕੋਈ ਹੁਕਮ ਅਦੂਲੀ ਤਾਂ ਨਹੀਂ ਕੀਤੀ। ਜਿਵੇਂ ਬਾਦਸ਼ਾਹ ਸਲਾਮਤ ਦਾ ਹੁਕਮ ਸੀ, ਉਸ ਤਰ੍ਹਾਂ ਮੈਂ ਉਹਨਾਂ ਦਾ ਵਚਨ ਮੰਨ ਕੇ, ਉਹਨਾਂ ਦਾ ਜਿਹੜਾ ਵਚਨ ਸੀ, ਉਹਦਾ ਬਾਦਸ਼ਾਹ ਦਾ ਹੁਕਮ ਨੂੰ ਸਿਰ ਮੱਥੇ ਮੰਨ ਲਿਆ ਹੈ। ਇਤਿਆਦਿਕ ਕਹਿ ਕੇ ਉਹ ਜਿਹੜਾ ਆਪਣਾ ਜੂੜਾ ਕੱਟਿਆ ਹੋਇਆ ਸੀ ਥਾਲ ਵਿੱਚ ਰੱਖਿਆ, ਉਹ ਵੀ ਦੇਤਾ ਸਿਪਾਹੀਆਂ ਨੂੰ, ਤੇ ਕੁਝ ਧਨ ਪਦਾਰਥ ਵੀ, ਪੈਸਾ ਵੀ ਦੇ ਦਿੱਤਾ। ਇਉਂ ਬਾਦਸ਼ਾਹ ਦੇ ਕੋਲੇ ਭੇਜ ਦਿੱਤਾ। ਇਹ ਲੈ ਕੇ ਚਲੇ ਗਏ ਇਹਦਾ ਕੱਟਿਆ ਹੋਇਆ ਜੂੜਾ ਕੇਸ, ਤੇ ਜਾ ਕੇ ਬਾਦਸ਼ਾਹ ਨੂੰ ਸੁਣਾ ਦਿੱਤੀ ਸਾਰੀ ਗੱਲਬਾਤ, ਜਿਹੜੀਆਂ ਇਹਨੇ ਮਿੰਨਤਾਂ ਤਰਲੇ ਕੀਤੇ ਸੀ। ਤੇ ਕਹਿਣ ਲੱਗੇ ਹਜ਼ਰਤ ਸਾਹਿਬ ਉਹ ਮੰਨ ਗਿਆ ਵੀ ਅੱਜ ਤੋਂ ਬਾਅਦ ਮੈਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਦਾ, ਉਹਨੂੰ ਮਾफ़ ਕਰ ਦੇਣਾ ਚਾਹੀਦਾ, ਗੁੱਸਾ ਤਿਆਗ ਦਿਓ। ਇਉਂ ਜਿਹੜਾ ਫਰਖਸ਼ੀਅਰ ਬਾਦਸ਼ਾਹ ਸੀ, ਉਹਨੇ ਫਿਰ ਸਾਧ ਸੰਗਤ ਆਪਣਾ ਗੁੱਸਾ ਤਿਆਗ ਦਿੱਤਾ, ਇਹਨੂੰ ਕੁਝ ਨਾ ਕਿਹਾ। ਫਿਰ ਇੱਧਰ ਸਾਧ ਸੰਗਤ ਜੀ, ਜਦੋਂ ਮਾਤਾ ਸੁੰਦਰੀ ਜੀ ਨੇ ਨਾ ਇਸ ਪਾਲਕ ਪੁੱਤਰ ਅਜੀਤ ਸਿੰਘ ਮਤਵੰਨੇ ਪੁੱਤਰ ਦੀ ਆਹ ਕਰਤੂਤ ਸੁਣੀ ਕਿ ਇਹਨੇ ਧਰਮ ਗਵਾ ਲਿਆ ਹੈ, ਕੇਸ ਕਟਾ ਤੇ ਇਹ ਪੁੱਤਰ ਨਹੀਂ, ਇਹ ਤਾਂ ਕਪੁੱਤਰ ਬਣ ਗਿਆ, ਖੋਟਾ ਪੁੱਤ ਬਣ ਗਿਆ ਹੈ। ਉਸ ਵੇਲੇ ਮਾਤਾ ਨੂੰ ਬਹੁਤ ਕ੍ਰੋਧ ਆਇਆ, ਬੜੇ ਗੁੱਸੇ ਦੇ ਵਿੱਚ ਆ ਕੇ ਮਾਤਾ ਨੇ ਇਹਨੂੰ ਦਿਲੋਂ ਤਿਆਗ ਦਿੱਤਾ। ਉਸ ਵੇਲੇ ਮਾਤਾ ਫਿਰ ਇਹਨੂੰ ਬਹੁਤ ਲਾਹਣਤਾਂ ਪਾਉਣ ਲੱਗੀ। ਮਾਤਾ ਕਹਿਣ ਲੱਗੀ, ਕਹਿੰਦੀ ਤੂੰ ਇਹੋ ਜਿਹਾ ਕਿੰਨਾ ਇਹ ਭੈੜਾ ਖੋਟਾ ਕਰਮ ਕੀਤਾ ਹੈ।
ਮਾਤਾ ਕਹਿਣ ਲੱਗੀ, ਬੇਸ਼ਰਮਾ ਤੂੰ ਤਾਂ ਲੋਕ ਵੀ ਗਵਾ ਲਿਆ ਤੇ ਪ੍ਰਲੋਕ ਵੀ ਗਵਾ ਲਿਆ, ਦੋਵੇਂ ਵਿਗਾੜ ਲਏ ਹਨ ਆਪਣੇ। ਮੂੜ ਤੈਂ ਕਛੂ ਨਾ ਜਾਣੀ, ਤੂੰ ਮਹਾ ਮੂਰਖ ਬਣਿਆ ਰਿਹਾ, ਤੈਂ ਕੋਈ ਗੱਲ ਬਾਤ ਜਾਣੀ ਨਾ। ਕੇਸਨ ਨੇ ਮਾਲੇ ਦਮਾਨੀ, ਕੇਸਾਂ ਦੀ ਮਹਾਨਤਾ ਕਿੰਨੀ ਹੈ ਗੁਰੂ ਘਰ ਦੇ ਵਿੱਚ, ਇੰਨੀ ਮਹਾਨਤਾ ਸਤਿਗੁਰੂ ਨੇ ਬਾਣੀ ਵਿੱਚ ਸਾਬਤ ਸੂਰਤ ਦਸਤਾਰ ਸਿਰ ਆਖਿਆ। ਦਸਵੇਂ ਪਾਤਸ਼ਾਹ ਕਹਿੰਦੇ ਕੇਸ ਗੁਰੂ ਕੀ ਮੋਹਰ ਹਨ, ਜਿਵੇਂ ਮੋਹਰ ਤੋਂ ਬਿਨਾ ਆ ਦੁਨਿਆਵੀ ਕਰੰਸੀ ਨਹੀਂ ਚੱਲਦੀ। ਆਪਾਂ ਕਹਿੰਦੇ ਇਹ ਤਾਂ ਖੋਟਾ ਨੋਟ ਖੋਟਾ ਸਿੱਕਾ ਚੱਲਦਾ ਨਹੀਂ, ਤੇ ਸਿੱਖ ਨੇ ਕਿਹੜਾ ਗੁਰੂ ਦੀ ਦਰਗਾਹ ਵਿੱਚ ਕੇਸਾਂ ਤੋਂ ਬਿਨਾ ਚੱਲਣਾ ਭਾਈ। ਉੱਥੇ ਵੀ ਖਰੇ ਖਜ਼ਾਨੇ ਪਾਈ ਹੈ, ਖੋਟੇ ਸੱਟੀਆਂ ਬਾਹਰ ਵਾਰ। ਖਰੇ ਖਰੇ ਖਜ਼ਾਨੇ ਵਿੱਚ ਪਾਏ ਜਾਣਗੇ, ਗੁਰੂ ਚਰਨਾਂ ਵਿੱਚ ਰਹਿਣਗੇ, ਖੋਟਿਆਂ ਨੂੰ ਬਾਹਰ ਨਰਕਾਂ 'ਚ ਸੁੱਟ ਦੇਣਾ। ਬਿਨ ਕੇਸਾਂ ਸਿਰ ਕੁੱਟੀਆਂ ਚੰਗਾਰਾ ਕੌਣ ਛੁਡਾਏ ਹੈ। ਕੇਸਾਂ ਤੋਂ ਬਿਨਾਂ ਸਿਰ ਕੁੱਟੇ ਜਾਣਗੇ ਮੋਹਲਿਆਂ ਦੇ ਨਾਲ, ਤੇ ਕੌਣ ਛੁਡਾਵੇਗਾ। ਕੇਸਾਂ ਦੀ ਤਾਂ ਇੰਨੀ ਮਹਾਨਤਾ ਗੁਰੂ ਘਰ ਦੇ ਵਿੱਚ। ਖਾਲਸਾ ਜੀ ਸਤਿਗੁਰੂ ਸਾਹਿਬ ਜੀ ਨੇ ਆਪਣੇ ਇੱਕ ਤਖਤ ਦਾ ਨਾਮ ਇਹਨਾਂ ਕੇਸਾਂ ਦੀ ਮਹਾਨਤਾ ਨੂੰ ਪ੍ਰਗਟਾਉਂਦਿਆਂ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਰੱਖਿਆ, ਆਨੰਦਪੁਰ ਸਾਹਿਬ। ਇੰਨੀ ਮਹਾਨਤਾ ਕੇਸਾਂ ਦੀ। ਕੇਸ ਗੁਰੂ ਕੀ ਮੋਹਰ। ਮਾਤਾ ਕਹਿੰਦੀ ਹੈ, ਕਹਿੰਦੀ ਬੇਸ਼ਰਮਾ ਅਜੀਤ ਸਿੰਘਾ ਤੂੰ ਕਪੁੱਤਰ ਨਿਕਲਿਆ ਮੂਰਖਾ, ਕਹਿੰਦੀ ਤੂੰ ਕੇਸਾਂ ਦੀ ਮਹਿਮਾ ਨਹੀਂ ਜਾਣੀ। ਸਤਿਗੁਰ ਨੂਰ ਸਸਰ ਸਿਰ ਦੀਨ, ਦੇਖ ਇਹਨਾਂ ਕੇਸਾਂ ਵਾਸਤੇ, ਇਹ ਸਿੱਖੀ ਸਿਦਕ ਉੱਤੇ ਕਾਇਮ ਰਹਿਣ ਵਾਸਤੇ ਸਾਡੇ ਸਤਿਗੁਰ ਮੇਰੇ ਸਹੁਰਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸੀਸ ਤਾਂ ਦੇ ਦਿੱਤਾ ਪਰ ਧਰਮ ਨਹੀਂ ਹਾਰਿਆ। ਸੀਸ ਦਿਆ ਪਰ ਸਿਰ ਨਾ ਦਿਆ। ਧਰਮ ਨਹੀਂ ਕਿਮ ਖੋਵਨ ਕੀਨ, ਕਿਸੇ ਪ੍ਰਕਾਰ ਵੀ ਆਪਣਾ ਧਰਮ ਨਹੀਂ ਖੋਇਆ, ਧਰਮ ਤੋਂ ਡੋਲੇ ਨਹੀਂ। ਪੁਨ ਦੀਰਘ ਸੁਗਰਾਮ ਅਕਾਲੀ, ਉਸ ਤੋਂ ਬਾਅਦ ਦੇਖ ਇਹ ਧਰਮ ਤੋਂ ਡਲਾਉਣ ਦੇ ਵਾਸਤੇ ਕਿੰਨੇ ਜੰਗਾਂ ਲੜਨੀਆਂ ਪਈਆਂ। ਦਸਮ ਗੁਰੂ ਕੇ ਬਿਦਤ ਪਵਾਰੀ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖੋ ਕਿੰਨੀਆਂ ਪ੍ਰਗਟ ਹੀ ਜੰਗਾਂ ਲੜਨੀਆਂ ਪਈਆਂ ਜੀਵਨ ਵਿੱਚ। ਚਾਰੋਂ ਸਾਹਿਬ ਜਾਦੀ ਮਰੀ, ਔਰ ਚਾਰੇ ਸਾਹਿਬਜ਼ਾਦੇ ਸਤਿਗੁਰੂ ਸਾਹਿਬ ਜੀ ਦੇ ਸ਼ਹੀਦ ਹੋ ਗਏ, ਧਰਮ ਰਾਖਬੋ ਆਪਣਾ ਕਰੀ। ਪਰ ਉਹਨਾਂ ਨੇ ਆਪਣਾ ਧਰਮ ਰੱਖਿਆ, ਧਰਮ ਦੀ ਰੱਖਿਆ ਕੀਤੀ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਧਰਮ ਨਹੀਂ ਛੱਡਿਆ। ਸੰਕਟ ਅੰਗ ਪ੍ਰਕਾਰ ਸਹਾਰੀ, ਅਨੇਕਾਂ ਪ੍ਰਕਾਰ ਦੇ ਸੰਕਟ ਤਾਂ ਸਹਾਰ ਲਏ। ਲਾਗੋ ਸੰਗ ਜੰਗ ਕਰ ਮਾਰੀ, ਹਾਂ, ਕਿਸੇ ਨੂੰ ਨੀਹਾਂ ਵਿੱਚ ਚਿਣਿਆ ਗਿਆ, ਛੋਟਿਆਂ ਨੂੰ ਵੱਡੇ ਜਿਹੜੇ ਚਮਕੌਰ ਦੀ ਜੰਗ ਦੇ ਵਿੱਚ, ਔਰ ਲੱਖੋਂ ਸੰਗ ਜੰਗ ਕਰ ਮਾਰੇ। ਲੱਖਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਲੱਖਾਂ ਨੂੰ ਬੈਰੀਆਂ ਨੂੰ ਮਾਰਿਆ ਤੇ ਆਪ ਸ਼ਹੀਦ ਹੋਏ। ਫਤਿਹ ਸਿੰਘ ਸਾਹਿਬਜ਼ਾਦਾ, ਕਹਿੰਦੀ ਘੱਟੋ ਘੱਟ ਇੰਨਾ ਹੀ ਦੇਖ ਲੈ ਵੀ ਕਿੱਥੇ ਉਹ ਸਾਹਿਬਜ਼ਾਦਾ ਅਜੀਤ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜਿਹੜਾ 5 ਸਾਲ ਦੀ ਉਮਰ ਦਾ ਹੈ। ਛੋਟੀ ਜੀ ਉਮਰ ਹੈ, ਉਹਨੂੰ ਵਿਚਾਰੇ ਨੂੰ ਮਰਿਆਦਾ ਦਾ ਕੀ ਪਤਾ ਸੀ। ਪਰ ਫਿਰ ਵੀ ਸਿਦਕ ਦਾ ਐਡਾ ਪੱਕਾ, ਦੁਸ਼ਟਾਂ ਦੀ ਸਭਾ ਦੇ ਵਿੱਚ ਦ੍ਰਿੜਤਾ ਦੇ ਨਾਲ ਬੋਲਿਆ ਸੀ। ਉਹ ਖਾਨ ਤੋਂ ਡਰਦਾ, ਵਜੀਦ ਖਾਨ ਤੋਂ ਡੋਲਿਆ ਨਹੀਂ, ਉਹਦਾ ਭੈ ਨਹੀਂ ਮੰਨਿਆ, ਬਲਕਿ ਗੱਜ ਕੇ ਆਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਭੈ ਨਹੀਂ ਮੰਨਿਆ ਛੋਟੇ ਸਾਹਿਬਜ਼ਾਦੇ ਨੇ। ਆਪਣਾ ਧਰਮ ਨਹੀਂ ਤਿਆਗਿਆ ਕਿਸੇ ਤਰ੍ਹਾਂ ਵੀ, ਔਰ ਤਿਣਕੇ ਮਾਤਰ ਜਾਣ ਕੇ ਆਪਣਾ ਸੀਸ ਕੁਰਬਾਨ ਕਰ ਦਿੱਤਾ। ਪਰ ਤੈਂ ਮਾੜੀ ਮੱਤ ਵਾਲਿਆ ਇਹ ਕੀ ਕੰਮ ਕਰ ਲਿਆ, ਇਹ ਕੀ ਭੈੜੀ ਅਵੱਗਿਆ ਕਰ ਲਈ, ਕੇਸ ਕਟਾ ਦਿੱਤੇ। ਤੈਂ ਦੇਰੀ ਵੀ ਨਾ ਲਾਈ, ਇੰਨਾ ਡਰ ਗਿਆ ਤੁਰਕਾਂ ਤੋਂ ਤੂੰ, ਭੈ ਦੇ ਵਿੱਚ ਆ ਕੇ, ਡਰ ਦੇ ਵਿੱਚ ਆ ਕੇ ਕੇਸ ਲਾ ਕੇ ਰੱਖ ਦਿੱਤੇ। ਮੂਰਖਾ ਤੂੰ ਕਿਉਂ ਨਾ ਜਾ ਕੇ ਕਿਧਰੇ ਮਰ ਖਪ ਕਿਉਂ ਨਾ ਗਿਆ। ਇਹ ਕੂੜਿਆ ਝੂਠਿਆ ਤੂੰ ਆ ਕਹੋ ਜਿਹਾ ਕਰਮ ਕੀਤਾ, ਕੈਸੀ ਭੈੜੀ ਕਰਤੂਤ ਕੀਤੀ ਹੈ। ਕਿਉਂ ਮਾਤਾ ਜੀ ਨੇ ਫਿਰ ਜਿਹੜੇ ਕਠੋਰ ਬਚਨ ਆਖੇ। ਮਾਤਾ ਨੇ ਬੜੀਆਂ ਧਰਕਾਰਾਂ ਪਾਈਆਂ, ਲਾਹਣਤਾਂ ਪਾਈਆਂ ਇਸ ਨੂੰ। ਮਾਤਾ ਦੇ ਮਨ ਵਿੱਚ ਬਹੁਤ ਗੁੱਸਾ ਜਾਗਿਆ, ਬੜਾ ਕ੍ਰੋਧ ਆਇਆ, ਇਉਂ ਦੁਖੀ ਹੋ ਰਹੀ ਹੈ। ਪਰ ਕਰ ਕੀ ਸਕਦੀ ਸੀ, ਜਵਾਨ ਪੁੱਤ ਹੈ ਸਾਹਮਣੇ, ਮਾਤਾ ਦੀ ਬਜ਼ੁਰਗ ਉਮਰ ਹੈ, ਇਉਂ ਬੇਵੱਸ ਜੀ ਹੋ ਗਈ ਮਾਤਾ ਸੁੰਦਰੀ। ਪਰ ਜਿਹੜਾ ਇਹਨੇ ਕਰਮ ਕੀਤਾ, ਭੈੜੀ ਕਰਤੂਤ ਕੀਤੀ, ਉਹਨੂੰ ਸਹਾਰ ਨਾ ਸਕੀ। ਬਾਰ ਬਾਰ ਇਹਨੂੰ ਗਾਲਾਂ ਕੱਢਦੀ ਹੈ ਮਾਤਾ।
ਉਸ ਵੇਲੇ ਜਦੋਂ ਆ ਸਾਰੀਆਂ ਗੱਲਾਂ ਬਾਤਾਂ ਸੁਣ ਲਈਆਂ ਮਾਤਾ ਨੇ ਵੀ ਇਹੋ ਜਿਹੀ ਭੈੜੀ ਕਰਤੂਤ ਇਹਨੇ ਕੀਤੀ ਆ, ਸਾਰੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਮਾਤਾ ਨੇ ਇੱਕ ਪ੍ਰਣ ਕਰ ਲਿਆ। ਮੂਰਖ ਤੂੰ ਮੰਦ ਅਜਾਨਾ। ਮਾਤਾ ਕਹਿਣ ਲੱਗੀ, ਪਾਲਕ ਪੁੱਤ ਅਜੀਤ ਸਿੰਘਾ, ਤੂੰ ਮੂਰਖ ਮਤੀ ਵਾਲਾ ਅਣਜਾਣ ਹੈ। ਬਦਲੇ ਆਪਨ ਹੋਏ ਨਾ ਦਿਖਾਵੋ। ਅੱਜ ਤੋਂ ਬਾਅਦ ਮੈਨੂੰ ਆਪਣਾ ਆ ਕਰੂਪ ਚਿਹਰਾ, ਆ ਸਿਰ ਕੱਟਿਆ ਹੋਇਆ, ਤੇਰਾ ਜੂੜਾ ਕੱਟਿਆ ਹੋਇਆ, ਕੇਸਾਂ ਤੋਂ ਬਿਨਾਂ ਮੇਰੇ ਸਾਹਮਣੇ ਨਾ ਹੀ, ਮੈਨੂੰ ਮੂੰਹ ਨਾ ਦਿਖਾਈ ਆਪਣਾ। ਦੂਰ ਕਬ ਨਿਕਟ ਨਾ ਆਵੋ। ਦੂਰ ਹੀ ਰਹੀਂ, ਕਦੇ ਮੇਰੇ ਨੇੜੇ ਨਾ ਆਈ। ਨਹੀਂ ਆਏ ਤੇ ਤੋਏ ਨਿਹਾਰੇ। ਨਹੀਂ, ਅੱਜ ਤੋਂ ਬਾਅਦ ਮਾਤਾ ਕਹਿੰਦੀ ਮੈਂ ਤੈਨੂੰ ਦੇਖਣਾ, ਮੇਰੇ ਮੱਥੇ ਨਾ ਲੱਗੀ ਤੇ ਮੈਂ ਤੇਰੇ ਮੱਥੇ ਨਹੀਂ ਲੱਗਦੀ, ਆਮਣ ਸਾਹਮਣੇ ਨਹੀਂ ਹੁੰਦੇ ਅੱਜ ਤੋਂ ਬਾਅਦ ਆਪਾਂ ਕਦੇ। ਪਾਲਨ ਕਰਿਓ ਤਾਂ ਪਰਟ ਸਵਾਰੋ। ਮੈਂ ਤੈਨੂੰ ਪਾਲਿਆ ਪਲੋਸਿਆ, ਗੁਰੂ ਦਾ ਬਚਨ ਨਹੀਂ ਮੰਨਿਆ, ਤਾਂ ਹੀ ਅੱਜ ਇੰਨੇ ਦੁੱਖ ਸਹਾਰ ਰਹੀ ਹਾਂ। ਬਜ ਰਹੇ ਪ੍ਰਭ ਮੈਨੇ ਮਨਾ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਮੈਨੂੰ ਵਰਜ ਰਹੇ ਸੀ, ਮੈਨੂੰ ਰੋਕ ਰਹੇ ਸੀ, ਪਰ ਮੈਂ ਆ ਤੇਰੇ ਮੋਹ ਵਿੱਚ ਪੈ ਕੇ ਉਹਨਾਂ ਦਾ ਬਚਨ ਨਹੀਂ ਮੰਨਿਆ। ਪਾਲਣ ਤੇ ਭੇਦ ਘਟਾਨਾ। ਆ ਤੈਨੂੰ ਪਾਲਣ ਦੇ ਵਾਸਤੇ ਮੈਂ ਆ ਕਿੰਨੇ ਜਫਰ ਜਾਲੇ ਆ, ਦੁਬਾਰਾ ਪੜ੍ਹੋ ਜੀ ਪੰਕਤੀ। ਪਾਲਣ ਤੇ ਭੇਦ ਘਟਾਨਾ। ਹਾਂ, ਤੈਨੂੰ ਪਾਲਣ ਕਰਕੇ ਭਏ ਦੁੱਖ ਨਾਨਾ, ਮੈਨੂੰ ਕਿੰਨੇ ਇਹ ਭਾਰੀ ਦੁੱਖ ਪ੍ਰਾਪਤ ਹੋਏ ਹਨ। ਬਚਤ ਹੋਏ ਨੀਚ ਕਰ ਗਰੀਬਾਜ। ਜਦੋਂ ਮਾਤਾ ਨੇ ਖਰੀਆਂ ਖਰੀਆਂ ਸੁਣਾਈਆਂ ਨਾ, ਉਸ ਵੇਲੇ ਲੱਜਤ ਜਾ ਹੋ ਕੇ, ਸ਼ਰਮਸ਼ਾਰ ਜਾ ਹੋ ਕੇ, ਧੌਣ ਨੀਵੀਂ ਕਰਕੇ ਖੜਾ ਹੈ। ਮੈਂ ਅਜੀਤ ਸਿੰਘ ਸਨਮੁਖ ਦੀਵਾ। ਔਰ ਉਸ ਤੋਂ ਬਾਅਦ ਅਜੀਤ ਸਿੰਘ ਮਾਤਾ ਦੇ ਸਾਹਮਣੇ ਨਾ ਦੇਖਿਆ, ਉਹਨੇ ਕਦੇ ਮਾਤਾ ਦੇ ਸਾਹਮਣੇ ਨਾ ਆਇਆ। ਪਾਪ ਕਰਮ ਕਰਿਓ ਪਛਤਾਵੈ। ਬੜਾ ਮਨ ਵਿੱਚ ਪਛਤਾਉਂਦਾ ਹੈ ਵੀ ਇਹ ਤਾਂ ਮਹਾਨ ਹੀ ਮੈਂ ਖੋਟਾ ਕਰਮ ਕਰ ਲਿਆ ਹੈ, ਕਲੇਸ਼ ਅਦਕ ਅਦਕਾਵੈ। ਜਿਸ ਕਰਕੇ ਆ ਇੰਨਾ ਵੱਡਾ ਕਲੇਸ਼ ਝਗੜਾ ਝਾਂਜਾ ਮਾਤਾ ਦੇ ਨਾਲ ਪੈ ਗਿਆ। ਲਿਖਤ ਬਦਾਵੇ ਕੀ ਕਰ ਦੀਨ। ਇੱਧਰ ਮਾਤਾ ਨੇ ਜਵਾਨੀ ਕਲਾਮੀ ਨਹੀਂ ਕਿਹਾ, ਬਲਕਿ ਲਿਖਤੀ ਰੂਪ ਵਿੱਚ ਇਹਨੂੰ ਵਿਦਾਵੀਆ ਲਿਖਤਾ ਵੀ ਮੇਰਾ ਪੁੱਤ ਨਹੀਂ, ਮੈਂ ਆਪਣੀ ਚੱਲ ਅਚਲ ਜਾਇਦਾਦ ਤੋਂ ਇਹਨੂੰ ਬੇਦਖਲ ਕਰਦੀ ਹਾਂ, ਬੇਦਖਲ ਕਰ ਦਿੱਤਾ। ਤਿਆਗ ਮੈਂ ਕੀਨ। ਲਿਖਿਆ ਮਾਤਾ ਨੇ ਵੀ ਇਹ ਮੇਰਾ ਪਾਲਕ ਪੁੱਤਰ ਮਤਵੰਨਾ ਪੁੱਤਰ ਸੀ, ਗੋਦ ਲਿਆ ਹੋਇਆ, ਮੈਂ ਇਹਦੀ ਪਾਲਣਾ ਪੋਸ਼ਣਾ ਕੀਤੀ ਸੀ, ਅੱਜ ਤੋਂ ਮੈਂ ਇਹਦਾ ਤਿਆਗ ਕਰ ਦਿੱਤਾ। ਨਹੀਂ ਪੁੱਤਰ ਇਹ ਮੈਂ ਨਾ ਮਾਈ। ਨਾ ਇਹ ਮੇਰਾ ਅੱਜ ਤੋਂ ਪੁੱਤ ਹੈ ਤੇ ਨਾ ਮੈਂ ਇਸ ਦੀ ਮਾਂ ਹਾਂ। ਮੈਂ ਸਗਰੇ ਪਰ ਬਿਦਤਾਈ। ਇਉਂ ਕਹਿ ਕੇ ਮਾਤਾ ਨੇ ਸਾਰੇ ਲੋਕਾਂ ਨੂੰ ਦੱਸ ਦਿੱਤਾ, ਸਿੱਖਾਂ ਨੂੰ ਦੱਸ ਦਿੱਤਾ, ਸਾਰੇ ਨਗਰ ਦੇ ਵਿੱਚ, ਦਿੱਲੀ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ ਕਿ ਮਾਤਾ ਜੀ ਨੇ ਆਪਣੇ ਪਾਲੇ ਹੋਏ ਮਤਵੰਨੇ ਪੁੱਤਰ ਨੂੰ, ਅਜੀਤ ਸਿੰਘ ਨੂੰ ਤਿਆਗ ਦਿੱਤਾ, ਬੇਦਖਲ ਕਰ ਦਿੱਤਾ, ਵਿਦਾਵੀਆ ਲਿਖ ਦਿੱਤਾ ਹੈ। ਸੋ ਇੱਥੇ ਇਸ ਪ੍ਰਸੰਗ ਦੀ, ਇਸ ਅੰਸ਼ੂ ਦੀ ਸਮਾਪਤੀ ਹੈ। ਪ੍ਰਸੰਗ ਅਗਾਂਹ ਹਲੇ ਹੋਰ ਚੱਲੇਗਾ ਅਗਲੇ ਅਧਿਆਇ ਦੇ ਵਿੱਚ, 30ਵੇਂ ਦੇ ਵਿੱਚ, ਜਿਵੇਂ ਮਾਤਾ ਜੀ ਨੇ ਇਹਨੂੰ ਤਿਆਗਿਆ ਔਰ ਕਿਵੇਂ ਫਿਰ ਮਾਤਾ ਜੀ ਦੇ ਹੌਲੀ ਹੌਲੀ ਇਹ ਨੇੜੇ ਲੱਗਣ ਦੀ ਇਹਨੇ ਕੋਸ਼ਿਸ਼ ਕੀਤੀ, ਪਰ ਮਾਤਾ ਸੁੰਦਰ ਕੌਰ ਜੀ ਨੇ ਸਾਰੀ ਉਮਰ ਆਪਣਾ ਪ੍ਰਾਣ ਨਿਭਾਇਆ, ਇਹਨੂੰ ਮੱਥੇ ਨਹੀਂ ਲਾਇਆ। ਔਰ ਕਿਵੇਂ ਇਹਨੇ ਇੱਕ ਬੇਨਵਾ ਫਕੀਰ ਮਾਰ ਦਿੱਤਾ, ਜਿਸ ਦੇ ਕਤਲ ਦੀ ਸਜ਼ਾ ਦੇ ਵਜੋਂ ਫਿਰ ਸਾਧ ਸੰਗਤ ਜੀ ਇਹਨੂੰ ਵੀ ਦੁੱਖ ਝੱਲਣੇ ਪਏ। ਸੋ ਇਹ ਸਾਰਾ ਜਿਹੜਾ ਪ੍ਰਸੰਗ ਆ, ਇਹ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਰਲ ਮਿਲ ਕੇ ਇਸੇ ਤਰ੍ਹਾਂ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ, ਸਮੇਂ ਅਨੁਸਾਰ ਪਹੁੰਚ ਕੇ ਲਾਹਾ ਲਿਆ ਕਰੋ। ਸਾਰੇ ਥੋੜ੍ਹੇ ਜਿਹੇ ਸਮੇਂ ਦੀ ਤਬਦੀਲੀ ਹੋਈ ਆ, ਜਿਸ ਕਰਕੇ ਥੋੜ੍ਹਾ ਜਿਹਾ ਹੁਣ ਦੀਵਾਨ ਸ਼ਾਮ ਦਾ ਇਹ ਲੇਟ ਸ਼ੁਰੂ ਹੁੰਦਾ, ਰਹਿਰਾਸ ਸਾਹਿਬ ਵੀ ਲੇਟ ਹੁੰਦੀ ਆ, ਅਤੇ ਕਥਾ ਵੀ ਅੱਗੇ ਨਾਲੋਂ 25 ਮਿੰਟ ਆਪਾਂ ਲੇਟ ਹੁਣ ਸ਼ੁਰੂ ਕਰਦੇ ਹਾਂ, ਕਿਉਂਕਿ ਦਿਨ ਸਤਿਗੁਰੂ ਨੇ ਕਿਰਪਾ ਕੀਤੀ ਹੈ, ਬੜੇ ਸੋਹਣੇ ਲੱਗਣ ਲੱਗ ਪਏ ਆ। ਅੱਜ ਵੀ ਦਿਨ ਨੂੰ ਚੰਗੀ ਧੁੱਪ ਲੱਗੀ, ਸਵੇਰ ਵੇਲੇ ਨੂੰ ਤਾਂ ਚਾਹੇ ਚਲੋ ਥੋੜ੍ਹਾ ਧੁੰਦ ਵਾਲਾ ਮੌਸਮ ਸੀ, ਪਰ ਦਿਨ ਚੰਗਾ ਸੋਹਣਾ ਲੱਗਿਆ। ਸਤਿਗੁਰੂ ਕਿਰਪਾ ਕਰਨ, ਸੋਹਣੇ ਦਿਨ ਇਸ ਤਰ੍ਹਾਂ ਹੀ ਲੱਗਣ ਔਰ ਸਾਰਾ ਵਾਤਾਵਰਨ ਖੁਸ਼ਹਾਲ ਹੋਵੇ, ਸਭ ਨੂੰ ਸਤਿਗੁਰੂ ਤੰਦਰੁਸਤੀਆਂ ਬਖਸ਼ਣ। ਆਓ ਬੜੇ ਪਿਆਰ ਦੇ ਨਾਲ ਇਸ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰ ਹੋਈਏ ਜੀ। ਨਹੀਂ ਪੁੱਤਰ ਏ ਮੈਨੇ ਮਾਈ। ਏਮ ਕਹਿ ਸਗਰੇ ਪੁਰ ਵਿਦਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ